जी का खालसा वाहिगुरु जी की फतेह। दसंबर के महीने अत्यंत ठंड की शुरुआत विच दूरों नेड़ियों चल करके गुरु चरना का निग मान रही गुरु प्यारी साध संगत जीओ, भागां वाले हो आप। मौसम की परवाह ना करते हुए सतगुरां दे प्यार विच निता प्रत जुड़ते हो। आओ इस समय का पूरा लाभ प्राप्त करिए। गुरु बाबा जी के पावन इतिहास विचों आप जी ने श्रवण कीता सी। जदों सतगुरां दे पास सिद्धां दे विचों हनीफा जी पहुंचे, उन्हें वंदना की है। गुरु नानक साहब आखदे हनीफा वंदना एक अकाल नूं है। सिद्ध दे मन विच शंका होया जाते ए अंतरजामी ने जा किसे तो मेरा नाम सुनिया होना। कहंदा जी तुसी किवें जाणदे हो? सतगुर कहंदे तेरे पिता दा नाम सी राजा कंक करण, शीलापुर दा राजा सी। उमर भोग के वो संसार तो चल बसिया सी धर्मात्मा पुरुष। पिता दे मरण तो बाद तू राज तखत ते बैठा 17 सालां दी उम्र विच आके तेरे कोल सारा कुछ ही आ गया। हौली हौली तू हंकार विच आउण लगे है, जीवां दी हत्या करदा है, नित शिकार खेडदा है। एक दिन सिद्धां दे गुरु गुरु गोरख ते तेरे वेड़े आ गए। तेरा पाप क्रूर कर्म वेख के तेनू आखण लगे, ओए जीवां नू घात करन वाले आ, कि तेनू अपनी मौत तो डर नहीं लगदा? इन्हां शब्दां नू सुन के तू अपने पापां तो कंब गया। गोरखनाथ नू बेनती कीती मैनू अपना चेला बना लो। वो कहंदे फिर शर्म दा गहना लाउणा पैना, सिद्ध बनना पैना, राज भाग त्यागना पैना। ये बचन सतगुरां तो सुन के हनीफा ते हैरान ही होया पिया भी इन्ना कुछ किवें जाणदे। इस सिद्ध दा पास्ट सी बीतिया समा जो गुरु नानक साहब जी ने उहदे सामने दस दिता। इन्हां प्रसंगां दा आप जी ने आनंद माणे है। आओ जी कुछ समा मन चित बिरतियां नूं एकाग्र चित बनाइए। बख्शो प्यार दा सबूत गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सुने बैन ऐस सीस भागतर बैस कहो, मुंडिए जी मुंड जाते थिर पद पावई। जाहर पीर जगत गुरु बाबा गुरु नानक साहिब सुमेर पर्वत दीआं चोटियां ते सिद्धां दा मान तोड़ रहे ने। एक एक सिद्ध आउंदा है, विचार चर्चा करदा है, हार के वापस मुड़ जांदा है। जदों गुरु पातशाह ने हनीफे बारे सारा कुछ दसता ना भी भाई तू गोरखनाथ दे कोल फिर आप हाथ जोड़ के आखिया गुरु देव मैनू दक्षिणा दे दिओ, मेरे ते आसीस करो।
ਕਿਰਪਾ ਕਰਕੇ ਮੈਨੂੰ ਆਪਣਾ ਪ੍ਰਸ਼ਾਦ ਬਖਸ਼ੋ, ਮੈਨੂੰ ਚੇਲਾ ਮੰਨ ਲਓ। ਤੂੰ ਸਿਰ ਦੀ ਪਗੜੀ ਲਾ ਕੇ ਉਹਨਾਂ ਦੇ ਸਾਹਮਣੇ ਬੈਠ ਗਿਆ। ਗੋਰਖਨਾਥ ਨੇ ਤੇਰੇ ਕੇਸਾਂ ਦਾ ਮੁੰਡਨ ਕੀਤਾ, ਕਿਉਂਕਿ ਸਿੱਧਾਂ ਦੇ ਧਰਮ ਦੇ ਵਿੱਚ ਮੁੰਡਨ ਦੀ ਪ੍ਰਥਾ ਹੈ। ਕਿਸੇ ਨੂੰ ਚੇਲਾ ਬਣਾਇਆ ਜਾਵੇ, ਮੁੰਡਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਤਿੱਬਤ ਦੇ ਲੋਕ, ਮਹਾਤਮਾ ਬੁੱਧ ਦੇ ਪੈਰੋਕਾਰ, ਜਦ ਉਹ ਇਸ ਵੇਸ਼ ਭੂਸ਼ਾ ਵਿੱਚ ਆਉਂਦੇ ਆ ਤੇ ਉਹਨਾਂ ਦੇ ਸਿਰ ਦੇ ਵਾਲ ਖਿੱਚ ਖਿੱਚ ਕੇ ਉਖਾੜੇ ਜਾਂਦੇ। ਉਹਨਾਂ ਦਾ ਵੀ ਮੁੰਡਨ ਹੈ ਇੱਕ ਤਰੀਕੇ ਦਾ। ਉਹ ਫਿਰ ਭਗਤੀ ਕਰਦੇ ਆ, ਗੁਰੂ ਵਾਲੇ ਬਣ ਜਾਂਦੇ ਆ। ਸਿੱਖ ਕੌਮ ਦੇ ਵਿੱਚ ਜਦ ਕੋਈ ਆਉਂਦਾ ਹੈ ਅੰਮ੍ਰਿਤਪਾਨ ਕਰਨਾ ਪੈਂਦਾ ਹੈ। ਇਸਲਾਮ ਦੇ ਵਿੱਚ ਸੁੰਨਤ ਹੁੰਦੀ ਹੈ। ਸਨਾਤਨ ਧਰਮ ਦੇ ਵਿੱਚ ਬੱਚੇ ਦੇ ਸਿਰ ਦਾ ਮੁੰਡਨ ਕੀਤਾ ਜਾਂਦਾ ਹੈ। ਗੁਰੂ ਗੋਰਖਨਾਥ ਨੇ ਤੇਰੇ ਕੇਸਾਂ ਦਾ ਮੁੰਡਨ ਕੀਤਾ, ਤੈਨੂੰ ਆਪਣਾ ਚੇਲਾ ਮੰਨ ਲਿਆ, ਗਲ ਵਿੱਚ ਤੇਰੇ ਝੋਲੀ ਪਾਤੀ, ਤੈਨੂੰ ਭਿਖਾਰੀ ਬਣਾਇਆ ਏ। ਗੋਰਖ ਨੇ ਕਾਨ ਪਾਰ ਮੁੰਡਿਓ ਹੈ ਸਵਾਰ ਤੋਂ ਕੋ, ਤਬਹੁ ਕੋ ਭਇਓ ਸਿੱਧ ਭਸਮ ਲਗਵਈ। ਗੁਰੂ ਬਾਬਾ ਜੀ ਕਹਿੰਦੇ ਗੋਰਖਨਾਥ ਨੇ ਫਿਰ ਤੇਰੇ ਕੰਨ ਪਾੜ ਦਿੱਤੇ। ਕੰਨ ਪਾੜ, ਉਹਦੇ ਵਿੱਚ ਕੱਚ ਦੀਆਂ ਮੁੰਦਰਾਂ ਪਾਈਆਂ, ਸਰੀਰ ਤੇ ਸਵਾਹ ਮਲ ਦਿੱਤੀ ਤੇ ਤੈਨੂੰ ਖੜਾਵਾਂ ਪਵਾ ਕੇ ਕਹਿ ਦਿੱਤਾ, ਜਾ ਅੱਜ ਤੋਂ ਤੂੰ ਸਿੱਧ ਹੈ। ਤੇਰੇ ਕੋਲ ਸਿੱਧੀਆਂ ਆਉਣਗੀਆਂ, ਤੈਨੂੰ ਸਿੱਧੀਆਂ ਪਾਉਣੀਆਂ ਪੈਣੀਆਂ। ਤੂੰ ਆਪਣੇ ਗੁਰੂ ਗੋਰਖਨਾਥ ਦਾ ਹੁਕਮ ਮੰਨ ਕੇ ਆਪਣੇ ਰਾਜ ਭਾਗ ਦੀ ਪਰਜਾ ਦੇ ਘਰਾਂ 'ਚ ਮੰਗਤਾ ਬਣ ਕੇ ਘੁੰਮੇ। ਬਹੁਤ ਔਖਾ ਕੰਮ ਹੈ। ਆਪਾਂ ਆਪਣੀ ਦਿੱਤੀ ਮਾਇਆ, ਆਪਣੇ ਦਿੱਤੇ ਪਦਾਰਥ ਕਿਸੇ ਤੋਂ ਮੰਗ ਨਹੀਂ ਸਕਦੇ, ਸਾਨੂੰ ਸ਼ਰਮ ਆਉਂਦੀ ਹੈ। ਪਰ ਇੱਕ ਰਾਜਾ ਹੋ ਕੇ ਆਪਣੀ ਪਰਜਾ ਦੇ ਕੋਲੋਂ ਭੀਖ ਮੰਗਣੀ, ਦਰ ਦਰ ਤੇ ਕਿਸੇ ਦੀ ਰੋਟੀ, ਕਿਸੇ ਦਾ ਝੂਠਾ, ਕਿਸੇ ਨੇ ਗਾਲਾਂ ਕੱਢੀਆਂ, ਕਿਸੇ ਨੇ ਕੁਛ ਬੋਲਿਆ, ਕਿਉਂਕਿ ਬੜੇ ਲੋਕਾਂ ਨੂੰ ਨਹੀਂ ਸੀ ਪਤਾ ਇਹ ਰਾਜਾ ਹੈ, ਵੀ ਰਾਜਾ ਵੀ ਇਸ ਭੇਸ ਵਿੱਚ ਆ ਸਕਦਾ। ਤੂੰ ਸਭ ਕੁਝ ਸੁਣ ਕੇ ਜਰਿਆ, ਜਰ ਕੇ ਸ਼ੁਕਰ ਕੀਤਾ ਵੀ ਚੱਲ ਇਹ ਲੋਕ ਕਿਹੜਾ ਮੇਰੀ ਅਵਸਥਾ ਜਾਣਦੇ, ਜੇ ਮੈਨੂੰ ਮਾੜਾ ਕਹਿੰਦੇ ਤਾਂ ਵੀ ਕੀ ਹੈ। ਕਿੰਨੀ ਸੋਹਣੀ ਗੱਲ ਹੈ। ਕੋਈ ਇਨਸਾਨ ਸਾਨੂੰ ਗਾਲਾਂ ਕੱਢਦਾ ਹੈ, ਸਾਡੀਆਂ ਗੱਲਾਂ ਕਰਦਾ ਹੈ, ਸਾਨੂੰ ਬੁਰਾ ਕਹਿੰਦਾ, ਚਿੰਤਾ ਕਾਹਦੀ ਹੈ। ਇਹ ਮਾਣ ਕਰਿਆ ਕਰੋ, ਇਹ ਵਿਚਾਰਾ ਸਾਡੇ ਬਾਰੇ ਕੁਝ ਜਾਣਦਾ ਨਹੀਂ, ਇਸ ਕਰਕੇ ਇਹ ਝੱਲ ਘੋਟਦਾ। ਇਹਨੂੰ ਨਹੀਂ ਪਤਾ ਅਸੀਂ ਕੌਣ ਹਾਂ, ਸਾਡੀ ਅਵਸਥਾ ਕੀ ਹੈ, ਅਸੀਂ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੇ ਹਾਂ। ਇਹ ਅਣਜਾਣ ਹੈ, ਵਿਚਾਰਾ ਹੈ। ਜਿਸ ਵੇਲੇ ਤੂੰ ਸਿੱਧ ਬਣਿਆ, ਤਾਨੇ ਉੱਤੇ ਭਸਮ ਮਲ ਲਈ, ਸਵਾਹ ਮਲ ਲਈ, ਤੇ ਗੁਰੂ ਨੇ ਆਖਿਆ ਅੱਜ ਤੋਂ ਰਾਜ ਭਾਗ ਤੇਰਾ ਨਹੀਂ, ਜਿਹਨੂੰ ਮਰਜ਼ੀ ਰਾਜ ਦੇ ਦੇ। ਹਨੀਫਿਆ ਤੂੰ ਰਾਜ ਆਪਣੀਆਂ ਰਾਣੀਆਂ ਦੇ ਹਵਾਲੇ ਕਰਕੇ ਸਭ ਕੁਝ ਛੱਡ ਕੇ ਸਦਾ ਲਈ ਸਿੱਧ ਬਣ ਕੇ ਇਹਨਾਂ ਪਰਬਤਾਂ ਤੇ ਆ ਗਿਆ ਏ। ਸੋਰਠ ਸੁਣ ਕਰ ਬਿਸਮੈ ਸੋ ਹੋਏ, ਪਤੇ ਬਣਾਏ ਸਰਬ ਜਬ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਇਹ ਬਚਨ ਸੁਣੇ, ਅੱਖਾਂ 'ਚੋਂ ਹੰਝੂ ਆ ਗਏ ਹੈਰਾਨ ਹੋ ਕੇ, ਵੀ ਬੀਤਿਆ ਮੇਰੇ ਨਾਲ ਹੈ, ਹੋਇਆ ਮੇਰੇ ਨਾਲ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ। ਇਹ ਕਿਵੇਂ ਜਾਣਦੇ ਨੇ? ਆਖੋ ਸਤਿਨਾਮ। ਇਹਨਾਂ ਦੀ ਤੇ ਉਮਰ ਵੀ ਛੋਟੀ ਹੈ, 35 40 45 ਸਾਲਾਂ ਦੀ ਉਮਰ ਹੈ। ਹਜ਼ਾਰਾਂ ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ, ਮੈਂ ਸਿੱਧ ਕਿਵੇਂ ਬਣਿਆ, ਇਹ ਸਾਰਾ ਕੁਝ ਹੀ ਜਾਣਦੇ ਆ। ਪ੍ਰਭਾਵਿਤ ਹੋ ਗਿਆ ਸਤਿਗੁਰਾਂ, ਪ੍ਰੇਮ ਨਾਲ ਅੱਖਾਂ ਭਰੀਆਂ ਹੋਈਆਂ ਨੇ। ਇਹ ਲੱਗਦਾ ਕੋਈ ਅੰਤਰਜਾਮੀ ਪਰਮੇਸ਼ਵਰ ਨੇ, ਮੈਨੂੰ ਰੱਬ ਲੱਗਦੇ ਆ। ਹਨੀਫੇ ਦਾ ਮਨ ਇੰਨਾ ਪ੍ਰਭਾਵਿਤ ਸਤਿਗੁਰਾਂ ਤੋਂ ਹੋਇਆ, ਉਹਨੇ ਸੀਸ ਝੁਕਾਇਆ ਏ। ਪਰਮ ਹਿਰਦੇ ਤੇ ਖੋਏ, ਜਾਣੇ ਸ੍ਰੀ ਅਵਤਾਰ ਹਰ। ਅੱਜ ਹਿਰਦੇ ਦਾ ਭਰਮ ਖਤਮ ਹੋ ਗਿਆ। ਗੁਰੂ ਉਹੀ ਹੈ ਜਿਹੜਾ ਅੰਦਰ ਦਾ ਭਰਮ ਕੱਟ ਦੇ। ਹੱਥ ਜੋੜ ਕੇ ਕਹਿੰਦਾ ਤੁਸੀਂ ਮੈਨੂੰ ਰੱਬੀ ਅਵਤਾਰ ਲੱਗਦੇ ਹੋ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਭਾਈ, ਮੈਂ ਤੇ ਉਸ ਵਾਹਿਗੁਰੂ ਦਾ ਦਾਸ ਹਾਂ, ਸੇਵਕ ਹਾਂ ਉਹਦਾ, ਨਾ ਚੀਜ਼ ਜਿਆ ਨਿਮਾਣਾ ਜਿਆ, ਰੱਬ ਨਹੀਂ ਕਹਾਇਆ। ਪਰ ਹਨੀਫਾ ਕਹਿੰਦਾ ਮੇਰਾ ਮਨ ਆਖਦਾ, ਮੇਰਾ ਦਿਲ ਆਖਦਾ, ਤੁਸੀਂ ਆਪ ਪਰਮੇਸ਼ਰ ਦਾ ਰੂਪ ਹੋ, ਪਰ ਆਪਣਾ ਆਪ ਛੁਪਾਉਂਦੇ ਹੋ। ਲੱਖ ਨਿਜ ਸਫਲ ਸਰੀਰ,
ਭਇਓ ਦਰਸ ਜਗਦੀਸ਼ ਕੋ। ਫਿਰ ਉੱਠਿਆ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਸ਼ੁਕਰ ਹੈ ਰੱਬਾ ਮੇਰਿਆ ਤੇਰੇ ਦੀਦਾਰ ਹੋ ਗਏ। ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ। ਦੇਖੋ ਸਿੱਧ ਹੁਣ ਤੱਕ ਕਿੰਨੇ ਆਏ ਆ, ਹੰਕਾਰ ਚ ਹੀ ਉੱਡ ਗਏ, ਕਈ ਅੰਦਰੋਂ ਤੇ ਸਮਝ ਗਏ ਸੀ ਵੀ ਇਹ ਸਾਥੋਂ ਵੱਡੇ ਨੇ, ਪਰ ਹੰਕਾਰੀ ਬੰਦਾ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਵੱਡਾ ਥੋੜੀ ਕਹਿ ਸਕਦਾ, ਮਰ ਨਹੀਂ ਜਾਊਗਾ। ਜਿੰਨੇ ਤੇ ਜਿੰਨੇ ਸਿੱਧ ਸੀ ਹਾਰ ਕੇ ਜਾਂਦੇ ਰਹੇ, ਪਹਿਲਾ ਆਇਆ ਜਿਹੜਾ ਜਿੱਤ ਗਿਆ। ਜਿੱਤਿਆ ਕਿਵੇਂ? ਜਿਹਨੇ ਆਪਾ ਨਿਸ਼ਾਵਰ ਕਰਤਾ, ਜਿਹੜਾ ਆਖੇ ਮੈਂ ਹਾਰ ਗਿਆ, ਅਸਲ ਚੋਂ ਹਾਰਿਆ ਨਹੀਂ ਹੁੰਦਾ, ਉਹੀ ਜਿੱਤਿਆ ਹੁੰਦਾ ਜਿਹਨੇ ਆਪਾ ਹਾਰ ਲਿਆ, ਆਪਾ ਗਵਾ ਲਿਆ। ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਨਮਸਕਾਰ ਕਰਕੇ ਕਹਿੰਦਾ ਮੈਨੂੰ ਅੱਜ ਤਸੱਲੀ ਹੋ ਗਈ, ਮੇਰਾ ਭਰਮ ਤੁਸੀਂ ਨਿਵਰਤ ਕੀਤਾ ਹੈ। ਕਿਉਂਕਿ ਹਨੀਫਾ ਹਮੇਸ਼ਾ ਮਨ 'ਚ ਇਹੀ ਸੋਚਦਾ ਸੀ ਵੀ ਜੇ ਮੈਨੂੰ ਕੋਈ ਸਾਧੂ ਮਹਾਤਮਾ ਪੂਰਾ ਮਿਲੇ ਨਾ, ਤੇ ਮੈਂ ਉਹਨੂੰ ਇਹ ਪੁੱਛਣਾ ਹੈ ਵੀ ਮੇਰੀ ਜ਼ਿੰਦਗੀ ਬਾਰੇ ਦੱਸ, ਤੂੰ ਕੀ ਜਾਣਦਾ ਹੈ। ਗੁਰੂ ਸਾਹਿਬ ਨੂੰ ਪੁੱਛਿਆ ਨਹੀਂ ਸੀ, ਬਿਨਾਂ ਪੁੱਛੇ ਪ੍ਰਮਾਤਮਾ ਦੀ ਨੇ ਸਭ ਕੁਝ ਆਪ ਦੱਸਿਆ ਏ। ਲੈਨੇ ਪਤੋ ਗਹੀਰ ਬਹਰ ਹਨੀਫਾ ਬੋਲਿਓ। ਫਿਰ ਸਤਿਗੁਰਾਂ ਤੋਂ ਉਹ ਇੱਕ ਗੱਲ ਜਾਣਨੀ ਚਾਹੁੰਦਾ ਹੈ ਵੀ ਇੰਨਾ ਕੁਝ ਇਹਨਾਂ ਨੇ ਮੇਰੇ ਬਾਰੇ ਦੱਸ ਦਿੱਤਾ, ਸੁਣਾ ਦਿੱਤਾ, ਨਗਰ ਵੀ ਦੱਸਤਾ, ਸ਼ਹਿਰ ਵੀ ਦੱਸਤਾ, ਰਾਜ ਭਾਗ ਪਿਤਾ ਦਾ ਨਾਮ ਵੀ ਦੱਸਤਾ। ਅੰਦਰੋਂ ਕਹਿੰਦੇ ਮਨ ਨੇ ਫੇਰ ਖਿਆਲ ਕੀਤਾ ਵੀ ਇਹਨਾਂ ਨੂੰ ਥਾਂ ਤੇ ਪੁੱਛ ਜਿੱਥੇ ਮੈਨੂੰ ਗੁਰੂ ਮਿਲਿਆ। ਉਹ ਥਾਂ ਵੀ ਤੇ ਹੁੰਦੀ ਆ ਨਾ, ਜਿੱਥੇ ਗੁਰੂ ਦੀ ਪ੍ਰਾਪਤੀ ਹੋਈ ਹੈ। ਮਹਾਤਮਾ ਬੁੱਧ ਜੀ ਨੂੰ ਜਿੱਥੇ ਗਿਆਨ ਪ੍ਰਾਪਤ ਹੋਇਆ, ਉਹ ਥਾਂ ਦਾ ਨਾਮ ਹੈ ਬੋਧ ਗਇਆ। ਜ਼ਮਾਨਾ ਚ ਵੀ ਵੇਖੋ, ਕਿਸੇ ਨੂੰ ਕਿਤੇ ਪ੍ਰਾਪਤੀ ਹੋਈ, ਕਿਸੇ ਨੂੰ ਕਿਤੇ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਣ ਦੇ ਲਈ ਉਹਨੇ ਮਨ ਵਿੱਚ ਫੁਰਨਾ ਕੀਤਾ। ਸਤਿਗੁਰ ਕਹਿੰਦੇ ਹਨੀਫਿਆ, ਮਨ ਚ ਕੀ ਆਉਂਦਾ ਤੇਰੇ? ਭਰਮ ਨਾ ਰੱਖ ਲਈ ਕੋਈ, ਵਹਿਮ ਨਾ ਰੱਖ ਲਈ ਕੋਈ। ਜੋ ਪੁੱਛਣਾ ਚਾਹੁੰਦਾ ਤੇਰੇ ਤੇ ਪ੍ਰਸੰਨ ਹਾਂ, ਤੂੰ ਪੁੱਛ ਸਕਦਾ ਏ। ਦੋਹਰਾ ਕੌਣ ਥਾਨ ਮੁੰਡਿਓ ਮੁਝੇ, ਸੋ ਤੁਮ ਦੇਹੋ ਬਤਾਈ। ਕਹਿੰਦਾ ਜੀ ਮੈਂ ਆਪ ਜੀ ਨੂੰ ਪਰਿਪੂਰਨ ਪਰਮੇਸ਼ਵਰ ਸਭ ਤੋਂ ਵੱਡਾ ਮੰਨ ਲਊਂਗਾ, ਪਰ ਕਿਰਪਾ ਕਰਕੇ ਮੈਨੂੰ ਇਹ ਦੱਸੋ ਵੀ ਮੇਰਾ ਮੁੰਡਨ ਕਿੱਥੇ ਕੀਤਾ ਗਿਆ। ਵੀ ਜਿੱਥੇ ਗੋਰਖ ਮੈਂ ਗੁਰੂ ਮੰਨਿਆ, ਉਹਨੇ ਮੈਨੂੰ ਆਪਣਾ ਚੇਲਾ ਬਣਾਇਆ, ਸਿੱਧ ਮੰਨ ਲਿਆ, ਉਹ ਥਾਂ ਕਿਹੜੀ ਹੈ? ਮਰਦ ਕਹਿੰਦੇ ਇਹ ਵੀ ਸੁਣ ਲਾ, ਬਹਿ ਜਾ। ਹਨੀਫਾ ਇਹ ਸੋਚਦਾ ਸੀ ਵੀ ਜੇ ਇਹਨਾਂ ਨੇ ਉਹ ਥਾਂ ਲੋਕੇਟ ਕਰਤੀ ਨਾ, ਉਹ ਜਗ੍ਹਾ ਦੱਸਤੀ, ਫਿਰ ਰੱਬ ਦੇ ਅਵਤਾਰ ਨਹੀਂ, ਫਿਰ ਇਹ ਆਪ ਹੀ ਪਰਮਾਤਮਾ ਨੇ। ਆਖੋ ਸਤਿਨਾਮ। ਰੱਬ ਦਾ ਅਵਤਾਰ ਹੋਣਾ ਹੋਰ ਚੀਜ਼ ਹੈ, ਵੀ ਰੱਬ ਨੇ ਕਿਸੇ ਨੂੰ ਆਪਣਾ ਅਵਤਾਰ ਬਣਾ ਕੇ ਭੇਜਿਆ। ਮੰਨ ਲਓ ਸੌਖਾ, ਤੁਸੀਂ ਕਿਸੇ ਦੇ ਵਿਆਹ ਤੇ ਜਾਣਾ ਸੀ, ਨਹੀਂ ਜਾ ਸਕੇ, ਪਰ ਤੁਸੀਂ ਆਪਣੀ ਥਾਂ ਤੇ ਸ਼ਗਨ ਦੇ ਕੇ ਕੋਈ ਬੰਦਾ ਭੇਜਤਾ, ਪਰਿਵਾਰ ਦਾ ਮੈਂਬਰ, ਕੋਈ ਮਿੱਤਰ ਦੋਸਤ, ਹਾਜ਼ਰੀ ਲਵਾ ਦੇ। ਤੁਹਾਡਾ ਕਾਰਡ ਜਦੋਂ ਉਹਦੇ ਵਿਆਹ 'ਚ ਪਹੁੰਚਿਆ ਨਾ, ਤੇ ਤੁਹਾਡੀ ਹਾਜ਼ਰੀ ਲੱਗ ਗਈ। ਲੋਕਾਂ ਨੇ ਕਿਹਾ ਫਲਾਣਾ ਵੀ ਆਇਆ, ਉਹਨਾਂ ਵੱਲੋਂ ਸ਼ਗਨ ਆਇਆ ਸੀ, ਉਹ ਆਪ ਨਹੀਂ ਆ ਸਕੇ, ਬੰਦਾ ਭੇਜਦਾ। ਇੱਕ ਜਣਾ ਹੀ ਆ ਗਿਆ, ਜ਼ਰੂਰੀ ਥੋੜਾ ਹੁੰਦਾ ਹੈ ਵੀ ਜੇ ਕੋਈ ਵਿਆਹ ਤੇ ਸੱਦੇ ਤੇ ਸਾਰਾ ਹੀ ਟੱਬਰ ਭੁੱਖ ਪਾ ਦੋ ਜਾ ਕੇ। ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੀ। ਅੱਜ ਕੱਲ ਵਕਤ ਕਿਸੇ ਕੋਲ ਨਹੀਂ ਹੈ, ਵਿਹਲਾ ਬੰਦਾ ਤੇ ਚਾਚੇ ਮਾਮੇ ਤਾਏ ਲੈ ਕੇ ਤੁਰਿਆ ਰਹਿੰਦਾ। ਪਰ ਜੋ ਪੜ੍ਹਿਆ ਲਿਖਿਆ ਸਮਝਦਾਰ ਇਨਸਾਨ ਹੈ, ਉਹ ਟਾਈਮ ਟੂ ਟਾਈਮ ਜਾਂਦਾ ਏ, ਇੱਕ ਜਾਂ ਦੋ ਜਣੇ ਜਾਂਦਾ ਨਹੀਂ। ਹੁਣ ਜੇ ਇੱਕ ਬੰਦਾ ਵੀ ਗਿਆ ਤੇ ਹਾਜ਼ਰੀ ਸਾਰੇ ਪਰਿਵਾਰ ਦੀ ਲੱਗੀ ਹੈ ਨਾ। ਕੀ ਮੰਨਿਆ ਗਿਆ? ਫਲਾਣੇ ਦਾ ਪਰਿਵਾਰ ਆਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਣ ਸੁਣ ਲਾ ਧਿਆਨ ਦੇ ਕੇ। ਕਹਿੰਦਾ ਜੀ ਮੈਨੂੰ ਉਹ ਥਾਂ ਦੱਸ ਦਿਓ ਜਿੱਥੇ ਇਹ ਸਭ ਕੁਝ ਹੋਇਆ। ਹਾਜ਼ਰੀ ਤਾਂ ਹੈ, ਵਰਨਾ ਹਾਜ਼ਰੀ ਨਹੀਂ ਲੱਗਣੀ। ਦੀਨ ਦੁਨੀਆ ਦੇ ਮਾਲਕ ਨੂੰ ਕਹਿੰਦਾ ਜੀ ਮੈਂ ਤੁਹਾਨੂੰ ਰੱਬ ਦਾ ਅਵਤਾਰ ਨਹੀਂ ਮੰਨਦਾ, ਫਿਰ ਰੱਬ ਮੰਨਾਂਗਾ। ਰੱਬ ਦੇ ਭੇਜਿਆਂ ਨੂੰ ਰੱਬ ਦੇ ਅਵਤਾਰ ਕਿਹਾ ਜਾਂਦਾ ਹੈ, ਤੇ ਇੱਕ ਰੱਬ ਦਾ ਆਉਣਾ ਆਪ ਹੁੰਦਾ ਹੈ। ਜਿਵੇਂ ਤੁਹਾਡਾ ਜਾਣਾ ਹੋਰ ਸੀ, ਤੁਹਾਡਾ ਭੇਜਿਆ ਵੀ ਤੁਹਾਡਾ ਹੀ ਮੰਨਿਆ ਗਿਆ। ਗੁਰੂ ਬਾਬਾ ਜੀ ਕਹਿੰਦੇ ਤੇਰੇ ਸ਼ਹਿਰ ਤੋਂ ਬਾਹਰ ਬਹੁਤ ਵੱਡਾ ਇੱਕ ਰੁੱਖ ਸੀ। ਜਿਸ ਥਾਂ ਤੇ ਗੋਰਖਨਾਥ ਨੇ ਤੈਨੂੰ ਆਉਂਦੇ ਵੇਖਿਆ, ਉਹਨੇ ਉਸੇ ਥਾਂ ਤੇ ਸੱਦਿਆ ਸੀ। ਜਾਨੋ ਮੈਂ ਅਵਤਾਰ ਤਬ ਭਵਤਾਰ ਨਹਿਤ ਆਏ। ਮੈਂ ਜਾਣਾਂਗਾ ਜੀ ਤੁਸੀਂ ਭਵ ਸਾਗਰ ਦਾ ਪਾਰ ਉਤਾਰਾ ਕਰਨ ਆਏ ਹੋ। ਬਸ ਇੱਕ ਛੋਟੀ ਜੀ
ਕਸਵੱਟੀ ਹੈ, ਬਿਲਕੁਲ ਛੋਟੀ, ਤੁਹਾਡੇ ਲਈ ਕੁਝ ਵੀ ਹੈ ਨਹੀਂ। ਤੇ ਕੀ ਗੁਰੂ ਸਾਹਿਬ ਕਰਾਮਾਤ ਵਿਖਾ ਰਹੇ ਜਾਂ ਪੁੱਛਿਆ ਦੇ ਰਹੇ? ਨਹੀਂ। ਸਤਿਗੁਰ ਤੇ ਉਹਦੇ ਅੰਦਰ ਦੇ ਸਵਾਲਾਂ ਦਾ ਜਵਾਬ ਦੇ ਰਹੇ ਆ। ਕਿੰਨੇ ਸਿੱਧ ਆਏ ਆ, ਮਹਾਰਾਜ ਨੇ ਕਿਸੇ ਦਾ ਕੁਝ ਨਹੀਂ ਦੱਸਿਆ। ਇਹਦਾ ਹੀ ਕਿਉਂ ਦੱਸਿਆ? ਇਹਦੇ ਮਨ 'ਚ ਇਹ ਸਵਾਲ ਸੀ ਵੀ ਜੇ ਕੋਈ ਮੈਨੂੰ ਪੂਰਾ ਮਿਲੇ ਤੇ ਉਹ ਮੇਰੇ ਬਾਰੇ ਦੱਸੇ ਤੇ ਮੈਂ ਉਹਨੂੰ ਪੂਰਾ ਮੰਨਾਂ। ਇਹਦੇ ਸਵਾਲਾਂ ਦੇ ਜਵਾਬ ਮਿਲ ਗਏ, ਬਸ ਇੱਕ ਜਵਾਬ ਬਾਕੀ ਸੀ। ਉਹ ਬਾਰ-ਬਾਰ ਪੁੱਛਦਾ ਏ, ਕਬਿਤ ਬੋਲੇ ਹੈ ਕਿਰਪਾਲ, ਲੁੰਡੇ ਪੀਪਲ ਤੇ ਤਲੇ ਬੈਠ। ਸਤਿਗੁਰ ਕਹਿੰਦੇ ਭਾਈ ਤੇਰਾ ਮੁੰਡਨ ਹੋਇਆ ਸੀ ਲੁੱਡੇ ਪੀਪਲ ਦੇ ਥੱਲੇ। ਇੱਕ ਬੋੜ ਹੁੰਦਾ ਹੈ, ਇੱਕ ਪਿੱਪਲ ਹੁੰਦਾ ਹੈ। ਪਿੱਪਲ ਦੇ ਥੱਲੇ ਤੇਰਾ ਮੁੰਡਨ ਕੀਤਾ। ਇਹ ਲੁੱਡੇ ਪਿੱਪਲ ਕੀ ਹੁੰਦਾ? ਲੁੰਡੇ ਪਿੱਪਲ ਇਹ ਪੁਰਾਣੀ ਬੋਲੀ ਆ ਉਸ ਪਾਸੇ ਦੀ। ਲੁੰਡੇ ਤੋਂ ਭਾਵ ਪੁਰਾਣਾ ਪਿੱਪਲ, ਬਹੁਤ ਪੁਰਾਣਾ, ਜੋ ਕਈ ਸਾਲਾਂ ਤੋਂ, ਜਿਹਨੂੰ ਪ੍ਰਾਚੀਨ ਕਿਹਾ ਜਾਂਦਾ ਹੈ। ਮਰਦ ਕਹਿੰਦੇ ਉਸ ਪਿੱਪਲ ਦੇ ਥੱਲੇ, ਜਿਹਨੂੰ ਲੁੰਡਾ ਪਿੱਪਲ ਕਹਿੰਦੇ ਸੀ, ਤੇਰੇ ਸਿਰ ਦਾ ਮੁੰਡਨ ਕੀਤਾ ਗਿਆ, ਤੈਨੂੰ ਸਿੱਧ ਬਣਾਇਆ ਗਿਆ। ਤੈਨੂੰ ਵੇਖ ਕੇ ਕਈਆਂ ਨੇ ਗੋਰਖ ਨੂੰ ਆਪਣਾ ਗੁਰੂ ਮੰਨਿਆ, ਕਈਆਂ ਨੇ ਸਿੱਧ ਬਣਨ ਦੀ ਇੱਛਾ ਉੱਥੇ ਜ਼ਾਹਰ ਕੀਤੀ ਹੈ। ਮੂੰਡ ਧੀਰੋ ਮੂੰਡ ਸੰਗ ਲੀਨੋ ਹੈ ਲਾਇਕੇ। ਮਰਦ ਕਹਿੰਦੇ ਦੱਸ ਫਿਰ ਇਸੇ ਥਾਂ ਤੇ ਮੁੰਡਨ ਹੋਇਆ ਸੀ? ਫਿਰ ਤੇ ਅੱਖਾਂ 'ਚ ਹੀ ਹੰਝੂ ਆ ਗਏ। ਸਿਰ ਹਿਲਾ ਕੇ ਬੋਲਿਆ ਕੁਛ ਨਹੀਂ, ਕਹਿੰਦਾ ਜੀ ਹਾਂ ਉਹੀ ਥਾਂ ਹੈ। ਦੇਖੋ ਬੀਤਿਆ ਕਿਸੇ ਨਾਲ ਹੈ, ਕਿੰਨੇ ਸੌ ਸਾਲ ਪਹਿਲਾਂ, ਤੇ ਦੱਸ ਰਹੇ ਨੇ ਸਤਿਗੁਰੂ ਇੱਕ ਇੱਕ ਗੱਲ। ਇਹਨੂੰ ਕਹਿੰਦੇ ਅੰਤਰਜਾਮਤਾ। ਅੱਜ ਕੱਲ੍ਹ ਦੀ ਜਿਹੜੀ ਅੰਤਰਜਾਮਤਾ ਨਾ ਲੋਕਾਂ 'ਚ, ਮੈਨੂੰ ਇਹ ਤੱਕ ਸਮਝ ਨਹੀਂ ਆਈ ਹੈਗੀ। ਇਹ ਬੜੀ ਐਡਵਾਂਸ ਚੱਲਦੀ ਹੈ ਵੀ ਫਿਊਚਰ ਤੇ ਅੰਤਰਜਾਮਤਾ ਕਿਉਂ ਚੱਲਦੀ ਲੋਕਾਂ ਦੀ, ਰਿਵਰਸ ਤੇ ਕਿਉਂ ਨਹੀਂ ਚੱਲਦੀ ਪਾਸਟ ਤੇ? ਜਿੰਨੇ ਇੱਥੇ ਬਾਬੇ ਪੈਦਾ ਹੁੰਦੇ ਆ, ਇੱਕ ਕੱਲ ਪਰਸੋਂ ਦਾ ਗਧਾ ਚੱਲਿਆ ਹੋਇਆ ਡੌਂਕੀ, ਮੈਨੂੰ ਲੱਗਦਾ ਵੇਖਿਆ ਹੋਣਾ ਤੁਸੀਂ। ਮੈਂ ਕਹਿਣਾ ਜੀ ਕੱਲ ਦੀ ਤੇ ਧੰਨ ਧੰਨ ਹੋਈ ਪਈ ਆ ਵੀ ਵਾਹ ਹੋਏ ਪੰਜਾਬ ਸਿਆ। ਇੱਥੇ ਕਦੇ ਕੋਈ ਦੰਦੀਆਂ ਵਾਲਾ ਬਾਬਾ ਹੁੰਦਾ, ਕਦੇ ਕੋਈ ਆ ਜਾਂਦਾ। ਹੁਣ ਤੇ ਇੱਕ ਗਧਾ ਆਇਆ ਹੋਇਆ, ਉਹ ਗਧੇ ਨੂੰ ਪੁੱਛਦੇ ਆ ਵੀ ਆ ਜਿੰਨੇ ਲੋਕ ਬੈਠੇ ਨੇ, ਜੋ ਨਹਾ ਕੇ ਕੌਣ ਆਇਆ? ਖੜ ਜਾਂਦਾ ਕੋਲ ਵੀ ਇਹਦੇ 'ਚ ਜਾ ਕੇ ਦੱਸੋ ਡਾਕਟਰ ਕੌਣ ਹੈ, ਇੰਜੀਨੀਅਰ ਕੌਣ ਹੈ? ਮੈਨੂੰ ਤੇ ਇਹ ਲੱਗਦਾ ਵੀ ਗਧੇ ਨੇ ਬੰਦਿਆਂ ਨਾਲੋਂ ਵੱਧ PhD ਕੀਤੀ ਹੋਈ ਹੈ। ਗਧਾ ਹੀ ਕਮਾਲ ਕਰੀ ਜਾਂਦਾ। ਵੇਖਿਓ ਤਾਂ ਸਹੀ ਵੀਡੀਓ, ਸਾਰੇ ਲੋਕਾਂ ਵੇਖੀ ਹੈ ਵੀ ਇਹ ਜਿਹੜੇ ਪੰਜਾਬ ਵਾਲੇ ਆ ਨਾ, ਇਹ ਕੁਛ ਵੀ ਕਰ ਸਕਦੇ ਆ। ਸਤਿਨਾਮ ਧੰਨ ਧੰਨ ਕਰਾਈ ਪਈ ਹੈ। ਅੱਗੇ ਤੇ ਬੰਦਿਆਂ ਨੂੰ ਗਧਾ ਕਿਹਾ ਜਾਂਦਾ ਸੀ, ਫਿਰ ਤੇ ਗਧਾ ਵੀ ਸਿਆਣਾ ਹੋਇਆ। ਗਧੇ ਬਾਬਾ ਜੀ ਜਿਨ੍ਹਾਂ ਦੀ ਅੰਤਰਜਾਮਤਾ ਇੰਨੀ, ਉਹ ਇਹ ਦੱਸ ਦਿੰਦੇ ਆ ਵੀ ਕਿਹੜੀ ਕੁੜੀ ਦਾ ਵੀਜ਼ਾ ਲੱਗ ਗਿਆ ਤੇ ਕਿਹਦਾ ਰਿਫਿਊਜ਼ ਹੋ ਗਿਆ, ਉਹਦੇ ਕੋਲ ਖੜ ਜਾਂਦਾ ਜਾ ਕੇ। ਲੋਕੀ ਕਹਿੰਦੇ ਸੱਚ ਹੈ। ਕਿੱਥੇ ਖੜੀ ਦੁਨੀਆ, ਕਿੱਥੇ ਖੜੀ ਮਾਨਸਿਕਤਾ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦਾ ਪਾਸਟ ਦੱਸਿਆ, ਕੋਈ ਫਿਊਚਰ ਨਹੀਂ। ਫਿਊਚਰ ਪਲਾਨ ਦੁਨੀਆ ਕਰਦੀ ਹੈ, ਕੌਣ ਜਾਣਦਾ ਕਦੋਂ ਕੀ ਹੋਣਾ। ਰੱਬ ਨੂੰ ਤੇ ਕੁਝ ਹੋਰ ਭਾਉਂਦਾ ਹੁੰਦਾ, ਬੰਦਾ ਤੇ ਕੁਝ ਹੋਰ ਸੋਚਦਾ ਏ। ਰੱਬ ਦੀਆਂ ਲਿਖੀਆਂ ਦੱਸੋ ਕੌਣ ਜਾਣ ਸਕਦਾ? ਇੱਥੇ ਹੈ ਕੋਈ? ਵੱਡੇ ਵੱਡੇ ਦਾਅਵੇ ਕਰਦੇ ਸੀ ਬ੍ਰਹਮ ਗਿਆਨੀ ਕਹਾਉਣ ਵਾਲੇ, ਕਿਸੇ ਨੂੰ ਪਤਾ ਸੀ ਕਰੋਨੇ 'ਚ ਕੀ ਹਾਲ ਹੋਣਾ, ਕਿਹਨੇ ਮਰਨਾ ਕਿਹਨੇ ਜੰਮਣਾ। ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਕਹਾਉਣ ਵਾਲਿਆਂ ਨੇ ਡੇਰਿਆਂ ਨੂੰ ਤਾਲੇ ਲਾ ਲਿਆ। ਸਤਿਨਾਮ, ਸਾਨੂੰ ਨਾ ਕੋਈ ਗੱਡੀ ਚੜ੍ਹ ਜੇ, ਟੱਚ ਨਾ ਕਰ ਜੇ ਕੋਈ ਆ ਕੇ। ਕਿੱਥੇ ਗਿਆ ਖੌਫ, ਕਿੱਥੇ ਗਈ ਬੇਪਰਵਾਹੀ? ਬਹੁਤ ਕੁਝ ਦੁਨੀਆ ਤੇ ਪਖੰਡ ਚੱਲਦਾ, ਪਰ ਜੋ ਸੱਚ ਹੈ ਨਾ ਉਹ ਦਿਖਾਵਾ ਨਹੀਂ ਕਰਦਾ। ਬੰਦਗੀ ਵਾਲੇ ਅੱਜ ਵੀ ਬੈਠੇ ਆ, ਕੋਈ ਨਹੀਂ ਜਾਣ ਸਕਦਾ ਉਹਨਾਂ ਨੂੰ। ਜਦੋਂ ਹਨੀਫੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਦੱਸ ਦਿੱਤਾ ਨਾ, ਕਿੰਨੇ ਸਿੱਧ ਕੋਲ ਆ ਕੇ ਗਏ ਨੇ, ਕਿੰਨੇ ਗੱਲਾਂ ਕਰਕੇ ਗਏ ਨੇ। ਕਿਸੇ ਨੂੰ ਸਮਝ ਆਈ ਗੁਰੂ ਬਾਬਾ ਜੀ? ਸਭ ਇਹੀ ਸੋਚਦੇ ਰਹੇ, ਵੱਡੀਆਂ ਗੱਲਾਂ ਕਰਦੇ ਨੇ, ਇਹ ਪਤਾ ਨਹੀਂ ਕੌਣ ਨੇ, ਕਿਹਨੇ ਸਿਖਾ ਕੇ ਭੇਜੇ ਨੇ। ਪਰ ਇੱਕ ਧਰਮਾਤਮਾ ਐਸਾ ਨਿਕਲਿਆ ਹਨੀਫਾ, ਜਿਹਦਾ ਜੀ ਕਰਦਾ ਇਹਨਾਂ ਤੋਂ ਆਪਾ ਵਾਰਦੇ ਆ। ਮੈਨੂੰ ਇਹ ਰੱਬ ਮਿਲੇ ਨੇ। ਰਾਜ ਦੇਸ਼ ਕੋਸ਼ ਦਾਸੀ, ਦਾਸ ਸੁਤ ਨਾਰੀ ਸੈਨ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਿੱਧਾ ਧਨ ਹੈ ਤੂੰ ਹਨੀਫਿਆ, ਧਨ ਹੈ। ਕਹਿੰਦਾ ਜੀ ਮੈਂ ਕਿਉਂ ਧਨ ਹੈ? ਗੁਰੂ ਸਾਹਿਬ ਕਹਿੰਦੇ ਤੈਨੂੰ ਗੋਰਖ ਨੇ ਚੇਲਾ ਮੰਨਿਆ, ਇੱਕ ਅਲੱਗ ਗੱਲ ਹੈ, ਉਹ ਤੇ ਗੁਰੂ ਦਾ ਕਰਮ ਸੀ ਨਾ, ਕੁਰਬਾਨੀ ਤੇਰੀ ਵੱਡੀ ਸੀ। ਤੂੰ ਆਪਣੀਆਂ ਰਾਣੀਆਂ ਛੱਡ ਦਿੱਤੀਆਂ ਸਦਾ ਲਈ, ਪੁੱਤ ਛੱਡ ਦਿੱਤੇ, ਰਾਜ ਭਾਗ ਛੱਡ ਦਿੱਤਾ, ਤਖਤ ਤਾਜ ਛੱਡ ਦਿੱਤੇ ਆ, ਸਭ ਕੁਝ ਛੱਡ ਕੇ ਉਸ ਦਿਨ ਤੋਂ ਬਾਅਦ
ਨਾ ਕਦੇ ਪੁੱਤ ਵੇਖਣ ਗਏ ਆ, ਨਾ ਕਦੇ ਪੋਤਾ ਵੇਖਣ ਗਏ ਆ, ਨਾ ਕਦੇ ਆਪਣੇ ਰਾਜ ਭਾਗ ਬਾਰੇ ਪੁੱਛਿਆ ਤੇ ਨਾ ਪੁੱਛਿਆ ਮੇਰੀਆਂ ਪਤਨੀਆਂ ਜਿਉਂਦੀਆਂ ਤੋਂ ਵਰਗੀਆਂ। ਮਰਦ ਕਹਿੰਦੇ ਤੇਰੇ ਵਰਗਾ ਤਿਆਗੀ ਕੌਣ ਆਖੋ ਸਤਿਨਾਮ। ਇਹ ਹੁੰਦਾ ਰੱਬ ਨੂੰ ਮਿਲਣ ਦਾ ਖਿਆਲ, ਤਿਆਗ। ਇੱਥੇ ਤੇ ਦੁਨੀਆ ਜਿਉਂ-ਜਿਉਂ ਬੁਢਾਪੇ ਵਾਲੇ ਪਾਸੇ ਜਾਈ ਜਾਂਦੀ ਤਿਉਂ-ਤਿਉਂ ਤਮਾ ਲੱਗੀ ਪਈ ਹੈ, ਤਿਉਂ-ਤਿਉਂ ਲਾਲਚ ਵਧੀ ਜਾਂਦਾ ਹੈ। ਸਮਝ ਨਹੀਂ ਆਉਂਦਾ ਵੀ ਦੁਨੀਆ ਦੇ ਸਾਰੇ ਕੰਮ ਹੀ ਨਿਬੇੜ ਕੇ ਜਾਣਾ, ਆਪਣੇ ਲਈ ਵੀ ਕੁਝ ਕਰ ਲਓ। ਜ਼ਿੰਦਗੀ ਜਿਉਣ ਨੂੰ ਮਿਲੀ ਸੀ, ਲੋਕੀ ਜੀ ਨਹੀਂ ਰਹੇ, ਜ਼ਿੰਦਗੀ ਨੂੰ ਜਾਣਨ ਦੇ ਚੱਕਰਾਂ 'ਚ ਤੁਰੇ ਫਿਰਦੇ ਆ। ਹਾਏ ਮੈਂ ਆਪਣੇ ਬਾਰੇ ਕੁਝ ਜਾਣਾ, ਮੈਂ ਆਪਣੀ ਜ਼ਿੰਦਗੀ ਬਾਰੇ ਜਾਣਾ, ਦੂਜੇ ਬਾਰੇ ਜਾਣਾ। ਜ਼ਿੰਦਗੀ ਜਾਣਨ ਦੀ ਚੀਜ਼ ਨਹੀਂ, ਮੰਨਣ ਦੀ ਚੀਜ਼ ਆ। ਆਖੋ ਸਤਿਨਾਮ। ਕਿੰਨੇ ਕੁ ਲੋਕ ਨੇ ਜੋ ਆਪਣੀ ਜ਼ਿੰਦਗੀ ਨੂੰ ਮਾਣ ਰਹੇ ਨੇ, ਜ਼ਿੰਦਗੀ 'ਚ ਆਨੰਦ ਲੈ ਰਹੇ ਨੇ। ਮੈਂ ਕਹਿੰਦਾ ਜੀ ਜਿਹਦੇ ਮਰਜ਼ੀ ਘਰ ਜਾ ਕੇ ਵੇਖੋ, ਹੱਸਦੇ ਲੋਕ ਵੀ ਅੰਦਰੋਂ ਭੁੱਬਾਂ ਮਾਰ-ਮਾਰ ਰੋਂਦੇ, ਅੰਦਰੋਂ ਸਾਰੇ ਟੁੱਟੇ ਹੋਏ। ਲੱਖ ਪਤੀ ਪਤਨੀ ਇਕੱਠੇ ਤੁਰੇ ਫਿਰਦੇ ਆ, ਲੋਕਾਂ 'ਚ ਅੰਦਰੋਂ ਦੁਖੀ ਬਣੇ ਆ। ਲੱਖ ਧੀ ਪੁੱਤ ਭੈਣ ਭਰਾ ਇਕੱਠੇ ਬੈਠੇ ਹੋਣ, ਅੰਦਰੋਂ ਫਰਕ ਬੜੇ ਆ। ਸਾਰਾ ਹੀ ਸੰਸਾਰ ਦੁਖੀ ਹੈ। ਸੁਖੀ ਕੌਣ ਹੈ? ਜੀ ਤੇ ਰੱਬ ਦੀ ਨਜ਼ਰ ਹੈ। ਨਜ਼ਰ ਦਾ ਭਾਵ ਕੀ ਹੈ? ਅੰਦਰ ਤਿਆਗ ਆ ਜਾਂਦਾ। ਧੀਆਂ ਪੁੱਤਾਂ ਤੋਂ ਆਸ ਹੀ ਕੋਈ ਨਹੀਂ ਵੀ ਮੈਨੂੰ ਕੁਝ ਦੇਣਗੇ, ਬੁਢਾਪੇ 'ਚ ਸਹਾਰਾ ਬਣਨਗੇ। ਕੋਈ ਆਸ ਨਹੀਂ, ਉਹ ਖੁਸ਼ ਹੈ, ਸੰਤੁਸ਼ਟ ਹੈ। ਕੱਲ ਨੂੰ ਔਲਾਦ ਮਾੜੀ ਵੀ ਨਿਕਲਦੀ, ਉਹ ਕਹਿੰਦਾ ਮੈਂ ਤੇ ਕਦੇ ਨਾ ਤੂੰ ਆਸ ਹੀ ਨਹੀਂ ਸੀ ਲਾਈ, ਹੋਪ ਹੀ ਨਹੀਂ ਸੀ ਰੱਖੀ, ਕੋਈ ਉਮੀਦ ਨਹੀਂ ਸੀ ਮੈਨੂੰ। ਜਿਨ੍ਹਾਂ ਨੇ ਉਮੀਦਾਂ ਲਾਈਆਂ ਹੁੰਦੀਆਂ ਤੇ ਨਿਕਲਦਾ ਕੁਝ ਹੋਰ ਆ ਤੇ ਰੋਂਦੇ ਆ ਨਾ, ਫਿਰ ਜ਼ਿੰਦਗੀ ਨਰਕ ਬਣਦੀ ਹੈ ਨਾ। ਬੰਦਗੀ ਰੱਬ ਦਾ ਨਾਮ ਇਹੋ ਹੀ ਸਿਖਾਉਂਦਾ ਏ, ਧੀਆਂ ਨੂੰ ਪੁੱਤਰਾਂ ਨੂੰ ਪਰਿਵਾਰ ਨੂੰ ਪਾਲੋ, ਛੱਡਣੇ ਨਹੀਂ। ਪਰ ਇਹਨਾਂ ਤੋਂ ਆਸਾਂ ਨਾ ਲਾਓ। ਆਸਾਂ ਤੇ ਆਪਣੇ ਸਰੀਰ ਦੀਆਂ ਨਹੀਂ, ਇਹਨੇ ਕਦੋਂ ਰੁਕ ਜਾਣਾ, ਕਿੱਥੇ ਰੁਕ ਜਾਣਾ, ਕਿੱਥੇ ਫੁੱਟ ਜਾਣਾ, ਕੋਈ ਪਤਾ ਹੈ ਇਹਦਾ? ਗੁਰੂ ਬਾਬਾ ਜੀ ਕਹਿੰਦੇ ਹਨੀਫਿਆ ਧੰਨ ਹੈ ਤੇਰਾ ਤਿਆਗ, ਸਭ ਕੁਝ ਛੱਡ ਕੇ ਜਿਸ ਦਿਨ ਦਾ ਗੋਰਖ ਨੂੰ ਗੁਰੂ ਮੰਨਿਆ, ਕਦੇ ਮਨ 'ਚ ਖਿਆਲ ਵੀ ਨਹੀਂ ਕੀਤਾ ਕੋਈ ਆਪਾਂ ਰਾਜ ਭਾਗ ਛੱਡ ਸਕਦੇ ਹਾਂ? ਕਦੇ ਵੀ ਨਹੀਂ, ਕਦੇ ਵੀ ਨਹੀਂ। ਅਸੀਂ ਤੇ ਕਿਤੇ ਵਿਦੇਸ਼ ਜਾਈਏ ਨਾ, ਮੰਨ ਲਓ ਸਾਡਾ ਵੀਜ਼ਾ 1 ਮਹੀਨੇ ਦਾ ਅਜੇ ਪਿਆ ਸੀ, 15 ਕੁ ਦਿਨ ਪਹਿਲਾਂ ਆਉਣਾ ਪੈ ਜੇ ਨਾ ਸਾਨੂੰ, 15 ਕੁ ਦਿਨ ਪਹਿਲਾਂ ਸੱਚੀ ਸਤਾ ਲਈਦਾ ਸਾਰੇ ਪਿੰਡ ਸ਼ਹਿਰ ਨੂੰ, ਲੈ ਮੈਂ ਤੇ 15 ਦਿਨ ਪਹਿਲਾਂ ਆ ਗਿਆ ਸੀ, ਮੇਰਾ ਤੇ ਪਿਆ ਸੀ ਵੀਜ਼ਾ, ਮੇਰਾ ਤੇ 6 ਮਹੀਨੇ ਦਾ ਵੀ ਪਿਆ ਸੀ, ਮੈਂ ਤੇ ਪਹਿਲਾਂ ਆ ਗਿਆ। ਮਰ ਲੈਂਦਾ ਉੱਥੇ, ਇੱਥੇ ਹੀ ਕਰਨ ਆਇਆ ਸੀ। ਹਉਮੈ ਚੁੱਕੀ ਫਿਰਦਾ ਹੈ, ਲੋਕਾਂ ਨੂੰ ਪਰੇਸ਼ਾਨ ਕਰੀ ਫਿਰਦਾ ਹੈ। ਇਹ ਕੀ ਹੈ? ਬੇਵਜ੍ਹਾ ਖਾਮ ਟੈਨਸ਼ਨ ਆਪ ਵੀ ਰੱਖਣੀ ਹੈ, ਦੂਜੇ ਨੂੰ ਵੀ ਦੇਣੀ ਹੈ। ਪਰ ਇੱਥੇ ਵੇਖੋ ਹਨੀਫੇ ਨੇ ਇੱਕ ਵਾਰ ਵੀ ਨਹੀਂ ਸੋਚਿਆ ਮੇਰਾ ਰਾਜ ਕਿੱਥੇ ਹੈ, ਮੇਰਾ ਤਖਤ ਕਿੱਥੇ ਹੈ, ਮੈਂ ਕਿਉਂ ਛੱਡ ਕੇ ਆ ਗਿਆ। ਮੈਨੂੰ ਤੇ ਪਹਾੜਾਂ 'ਚ ਬਿਠਾਤਾ ਇਹਨਾਂ ਨੇ, ਕੰਨਾਂ 'ਚ ਮੁੰਦਰਾਂ ਪਾ ਕੇ ਭੀਖ ਮੰਗਣ ਲਾਤਾ। ਦੁਨਿਆਵੀ ਬੰਦਾ ਨਾ ਕਿਤੇ ਗੱਡੀ ਵਾਲਾ ਇੱਕ ਦਿਨ ਤੁਰ ਕੇ ਵੀ ਜਾਵੇ ਨਾ, ਉਹ ਵੀ ਸੋਚਦਾ ਹੁੰਦਾ ਯਾਰ ਲੋਕ ਕੀ ਕਹਿਣਗੇ ਜੇ ਤੁਰਿਆ ਫਿਰਦਾ ਹੈ, ਗੱਡੀ ਕਿੱਥੇ ਹੈ ਇਹਦੀ, ਫੀਲ ਕਰਦਾ ਹੈ। ਪਰ ਉਹ ਕਿੱਡਾ ਵੱਡਾ ਰਾਜਾ ਸੀ, ਸਭ ਕੁਝ ਛੱਡ ਕੇ ਇੰਨੇ ਤਿਆਗ ਵਿੱਚ ਆਇਆ। ਉਹਨੇ ਇੱਕ ਦਿਨ ਵੀ ਮਨ ਵਿੱਚ ਹਰਖ ਨਹੀਂ ਕੀਤਾ ਵੀ ਮੈਂ ਗੁਰੂ ਗੋਰਖ ਪਿੱਛੇ ਦੀਨ ਦੁਨੀਆ ਸਭ ਛੱਡ ਦਿੱਤੀ ਹੈ, ਜ਼ਿੰਦਗੀ ਦੇ ਸੁੱਖ ਛੱਡ ਦਿੱਤੇ। ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਨੇ ਆਪਣੇ ਬਾਰੇ ਸੁਣਿਆ ਨਾ ਵੀ ਮੇਰਾ ਪਿਤਾ ਕੰਕ ਕਰਨ ਸੀ, ਉਹਦੀ ਭਾਵਨਾ ਸੀ ਮੇਰਾ ਪੁੱਤ ਚੰਗੇ ਰਾਹ ਚੱਲੇ। ਅੱਜ ਕਹਿੰਦਾ ਸ਼ੁਕਰ ਹੈ ਮੇਰੇ ਉਸ ਪਿਤਾ ਦਾ ਜਿਹਦੀ ਚੰਗੀ ਭਾਵਨਾ ਨੇ ਮੈਨੂੰ ਰੱਬ ਬੁਲਾਇਆ। ਆਖੋ ਸਤਿਨਾਮ। ਚੰਗੀ ਭਾਵਨਾ ਨੇ ਗੁਰੂ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ, ਉਹਨੇ ਹਾਲ ਹੋ ਗਿਆ। ਛੋੜ ਦੀਨੀ ਸੋਜ ਨਹਿਲੀਨੀ ਸੁਧ ਜਾਏ ਕੇ। ਮਰਦ ਕਹਿੰਦੇ ਤੂੰ ਸਾਰੀ ਸਮੱਗਰੀ ਛੱਡ ਦਿੱਤੀ, ਮਾਇਆ ਦੌਲਤ ਗਹਿਣੇ ਪਦਾਰਥ ਮਹਿਲ ਮਨਾਰੇ ਖਜ਼ਾਨੇ ਫੌਜਾਂ, ਕਿਸੇ ਚੀਜ਼ ਦੀ ਸ਼ੁੱਧ ਵੀ ਨਹੀਂ ਰੱਖੀ, ਖਬਰ ਵੀ ਨਹੀਂ ਰੱਖੀ, ਕਦੇ ਪੁੱਛਿਆ ਵੀ ਨਹੀਂ ਕਿਸੇ ਆਉਂਦੇ ਜਾਂਦੇ ਤੋਂ ਵੀ ਸ਼ੀਲਾਪੁਰ ਦੇ ਇਲਾਕੇ ਦਾ ਕੀ ਹਾਲ ਹੈ, ਅੱਜ ਕੱਲ ਰਾਜਾ ਕੌਣ ਹੈ। ਐਡਾ ਤਿਆਗ। ਮੈਂ ਕਹਿੰਦਾ ਸਾਡੇ ਵਾਲਾ ਲਾਣਾ ਕਿਤੇ ਅਸੀਂ ਕਿਸੇ ਨੂੰ ਪੁਰਾਣੇ ਕੱਪੜੇ ਦੇ ਦੀ ਨਾ ਕੰਮ ਵਾਲੇ ਨੂੰ, ਵੀ ਨੂੰ ਕਹੀਦਾ ਉਹ ਜੈਕਟ ਮੇਰੀ ਹੈ, ਪਹਿਲਾਂ ਮੈਂ ਪਾਈ ਸੀ, ਮੇਰੀ ਕੁੜੀ ਨੇ ਪਾਈ ਸੀ, ਮੇਰੇ ਮੁੰਡੇ ਨੇ ਪਾਈ ਸੀ, ਆਹ ਸੀ ਇਹਨੂੰ ਦਿੱਤੀ। ਦਿਖਾਉਣ ਦੀ ਆਦਤ, ਰੌਲਾ ਪਾਉਣ ਦੀ ਆਦਤ, ਇਹ ਕੀ ਹੈ? ਫੋਕੀ ਹਉਮੈ। ਗੁਰੂ ਘਰ ਕੋਈ ਚੀਜ਼ ਭੇਟਾ ਕੀਤੀ, ਉੱਥੇ ਵੱਡੇ ਵੱਡੇ ਅੱਖਰਾਂ 'ਚ ਲਿਖਾਉਣਾ ਸੇਵਾ ਕਰਾਈ, ਨਾਂ ਲਿਖਾ ਕੇ ਅੱਗੇ ਲਿਖ ਦੇਣਾ ਗੁਪਤ ਦਾਨ। ਵੀ ਹੁਣ ਗੁਪਤ ਨੂੰ ਪਿੱਛੇ ਕੀ ਰਹਿ ਗਿਆ, ਸਾਰਾ ਤੇ ਨਾਂ ਲਿਖਾਈ ਫਿਰਦਾ। ਮੋਬਾਈਲ ਨੰਬਰ ਰਹਿ ਗਿਆ ਸੀ, ਉਹ ਲਿਖਾ ਦਿੰਦਾ, ਪੁੱਛ ਲੈਂਦਾ ਅਗਲਾ ਕਰਕੇ। ਅੱਜ ਸਾਡੀ ਹਉਮੈ ਦਾ ਤਲ ਇੱਥੇ ਖੜੇ ਹੈ ਤੇ ਫਿਰ ਅਸੀਂ ਕਹਿੰਦੇ ਆ ਹਾਏ ਘਰੇ ਬਰਕਤ ਨਹੀਂ, ਕੀ ਕਰੀਏ ਜੀ, ਪਾਠ ਕਰਨ ਨੂੰ ਜੀ ਨਹੀਂ ਕਰਦਾ, ਸਾਡਾ ਤੇ ਘਰ ਹੀ ਨਹੀਂ ਲੱਗਦਾ। ਆਹ ਪ੍ਰੋਬਲਮ ਬਣ ਗਈ ਕਰ ਕਰਦੀ, ਕਿਉਂਕਿ ਅੰਦਰ ਤੇ ਸਾਡਾ ਭਰਿਆ ਪਿਆ ਬੁਰਾਈ ਨਾਲ,
ਕਦੇ ਕਿਸੇ ਦਾ ਭਲਾ ਮੰਗਿਆ ਹੀ ਨਹੀਂ। ਮੰਗਣਾ ਤੇ ਛੱਡੋ, ਭਲਾ ਹੁੰਦਾ ਕਿਸੇ ਦਾ ਹੋਵੇ ਲੱਤ ਡਾਉਣੋਂ ਉੱਥੋਂ ਨਹੀਂ ਹਟਦੇ ਵੀ ਇਹਦਾ ਕੰਮ ਕਿਵੇਂ ਬਣ ਜੂ, ਇਹ ਤਰੱਕੀ ਕਰ ਕਿਵੇਂ ਗਿਆ, ਅਸੀਂ ਪਿੱਛੇ ਰਹਿ ਕਿਵੇਂ ਗਏ। ਇਹ ਧਰਮੀਆਂ ਦੀਆਂ ਗੱਲਾਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਹੱਥ ਜੋੜ ਕੇ ਕਹਿੰਦੇ ਤੈਨੂੰ ਨਮਨ ਹੈ ਸਾਡਾ, ਬੰਦਨਾ ਹੈ ਸਾਡੀ। ਉਹਦੀਆਂ ਧਾਰਾਂ ਨਿਕਲ ਗਈਆਂ ਹਨੀਫੇ ਦੀਆਂ। ਕਹਿੰਦਾ ਬਾਬਾ ਰਾਜਾ ਹੋਣ ਤੋਂ ਬਾਅਦ, ਸਿੱਧ ਬਣਨ ਤੋਂ ਬਾਅਦ ਬੜੇ ਪੀਰ ਮਿਲੇ, ਗੁਰੂ ਮਿਲੇ, ਔਲੀਏ ਮਿਲੇ, ਪਰ ਤੇਰੇ ਜੈਸਾ ਕੋਈ ਨਾ ਮਿਲਿਆ। ਐਸੀ ਸੁਣ ਬੈਨ ਗੁਣ ਐਨ ਕੀ ਪੀਚੈਨ ਮਨ ਬੰਦੇ ਗਤ ਦੇਨ ਪਦ ਦੋਨੋਂ ਸੀਸ ਨਾਇਕੈ। ਨਮਸਕਾਰ ਕਰਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਚੱਲਿਆ। ਗੁਰੂ ਨਾਨਕ ਸਾਹਿਬ ਜੀ ਨੇ ਸੀਸ ਤੇ ਹੱਥ ਰੱਖ ਕੇ ਆਖਿਆ, ਕਹਿੰਦੇ ਸਦਾ ਸ਼ਾਂਤ ਰਹੋ। ਕਿੱਡਾ ਵੱਡਾ ਵਾਰ ਮਿਲ ਗਿਆ ਜੀ। ਇਹ ਤੇ ਯੋਗੀ ਬਣ ਕੇ ਨਹੀਂ ਸੀ ਮਿਲਿਆ, ਸਿੱਧ ਬਣ ਕੇ ਨਹੀਂ ਸੀ ਮਿਲਿਆ। ਚਰਨ ਬੰਦਨਾ ਕਰਕੇ ਬੜੀ ਦੂਰ ਤੱਕ ਪੁੱਠੇ ਪੈਰ ਚੱਲਦਾ ਗਿਆ ਵੀ ਕਿਤੇ ਪਿੱਠ ਨਾ ਹੋ ਜੇ। ਇਹ ਤੇ ਆ ਵੀ ਸਿੱਧ ਹੈ। ਪਹਿਲੇ ਵੀ ਸੀ ਜਿਹੜੇ ਬੁੜਕ ਬੁੜਕ ਪੈਂਦੇ ਸੀ। ਨਮਸਕਾਰ ਕਰਕੇ ਇਹਨਾਂ ਸਿੱਧਾਂ ਦੀ ਮੰਡਲੀ ਚ ਆ ਗਿਆ। ਬਹੁਤ ਸ਼ਾਂਤ ਹੈ, ਕੋਈ ਸ਼ਿਕਲ ਨਹੀਂ ਚਿਹਰੇ ਤੇ, ਕੋਈ ਮਾਣ ਨਹੀਂ, ਕੋਈ ਹੰਕਾਰ ਨਹੀਂ। ਹੀਨ ਨਿਜ ਗਿਆਨ ਕੀਨੋ ਮੇਰ ਕੋ ਪਿਆਨ ਨੀਕੇ ਬਚਨ ਬਖਾਣ ਗਇਓ ਜਿਦੇ ਸੁਖ ਪਾਏ ਕੈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਹਿਰਦੇ 'ਚ ਵਸਾ ਕੇ ਆਪਣੀ ਮੰਡਲੀ 'ਚ ਆ ਕੇ ਬਹਿ ਗਿਆ। ਮਰਦ ਨੇ ਕਿਹਾ ਸੀ ਆਪਾ ਨਾ ਜਣਾਈ ਕਦੇ। ਆਪਾ ਜਣਾਉਣ ਦਾ ਭਾਵ ਕੀ ਹੈ? ਜੇ ਤੂੰ ਕੋਈ ਮਹਾਨ ਕੰਮ ਕੀਤਾ ਵੀ ਹੈ ਨਾ ਪੁੰਨਦਾਨ ਦਾ, ਜੇ ਲੋਕ ਵੀ ਕਹਿੰਦੇ ਉਹ ਵੀ ਸੁਣਨਾ, ਕਹਿ ਬਾਈ ਨਾ ਮੇਰਾ ਨਾਂ ਨਹੀਂ ਲੈਣਾ, ਮੈਂ ਨਹੀਂ ਕੀਤਾ ਕੁਛ। ਉਹ ਅਸੀਂ ਤੇ ਹੱਥ ਜੋੜ ਜੋੜ ਕਹਿੰਦੇ ਆ ਬਾਬਾ ਮੇਰਾ ਨਾਂ ਨਾ ਰਹਿ ਜੇ, ਮੈਨੂੰ ਵੀ ਜੀ ਸਰੂਪਾ ਦੇ ਦਿਓ, ਮੈਂ ਵੀ 40 ਦਿਨ ਝਾੜੂ ਲਾਇਆ ਸੀ। ਤੇ ਆਪ ਗੱਲ ਪੈਣ ਨੂੰ ਫਿਰਦੇ ਵੀ ਜੇ ਸਾਨੂੰ ਨਾ ਪੁੱਛਿਆ ਗੁਰਦੁਆਰਾ ਬਦਲਦਾ ਨਹੀਂ। ਆਹ ਹਾਲ ਹੈ ਨਾ। ਇੱਕ ਉਹ ਹੁੰਦਾ ਕਹਿੰਦਾ ਵੇਖਿਓ ਪਿਆਰਿਓ ਕੋਈ ਸੇਵਾ ਸੁਵਾ ਨਹੀਂ ਸਾਡੀ, ਅਸੀਂ ਉਹਨਾਂ ਹੀ ਪ੍ਰਸ਼ਾਦਾ ਛਕ ਲੈਨੇ ਆ, ਸਾਡਾ ਨਾਂ ਨਾ ਭੁੱਲਿਓ, ਦੱਸਿਓ ਨਾ ਕਿਸੇ ਨੂੰ। ਗੁਰੂ ਸਾਹਿਬ ਨੇ ਆਪੇ ਕਰਾਈ ਸੀ। ਹੁਣ ਇਹ ਚੁੱਪ ਚਪੀਤਾ ਆ ਕੇ ਬਹਿ ਗਿਆ। ਇਹਨੂੰ ਕਹਿੰਦੇ ਆਪਾਂ ਨਹੀਂ ਜਣਾਉਣਾ। ਕੁਛ ਨਹੀਂ ਆ ਕੇ ਦੱਸਿਆ, ਕੁਝ ਵੀ ਆ ਕੇ ਬੋਲਿਆ ਨਹੀਂ। ਲਾ ਕੇ ਜਦੋਂ ਚੌਂਕੜਾ ਬੈਠਾ ਨਾ, ਗੋਰਖਨਾਥ ਨੇ ਵੇਖਿਆ ਵੀ ਇਹਨੂੰ ਤੇ ਦੁੱਖ ਹੀ ਕੋਈ ਨਹੀਂ, ਇਹਨੂੰ ਤੇ ਪਛਤਾਵਾ ਨਹੀਂ ਕੋਈ। ਇਹ ਗਿਆ ਸੀ ਜਿੱਤਣ ਵਾਸਤੇ, ਖੁਦ ਹਰ ਕੇ ਆ ਗਿਆ। ਦੋਹਰ ਗੋਰਖ ਕੀ ਢਿਗ ਜਾਏ ਕੈ ਉਸਤਤ ਕੀਨ ਬਖਾਨ ਕਲਾਵਣ ਸਰਵਗ ਸੋ ਮਹਿਮਾ ਜਾਏ ਮਹਾਨ। ਗੋਰਖਨਾਥ ਥੋੜੀ ਦੇਰ ਬਾਅਦ ਪੁੱਛਦੇ ਆ, ਕਹਿੰਦੇ ਹਨੀਫਿਆ ਚੁੱਪ ਕਰਕੇ ਬਹਿ ਗਿਆ, ਕਿਵੇਂ ਲੱਗੇ ਨਾਨਕ ਜੀ? ਹੱਥ ਜੋੜ ਕੇ ਕਹਿੰਦਾ ਕੀ ਕਹਾਂ ਉਹਨਾਂ ਬਾਰੇ, ਉਹ ਤੇ ਸਰਬੱਤ ਦੇ ਗਿਆਤਾ ਨੇ, ਸਰਵਗ ਸ਼ਕਤੀਮਾਨ ਨੇ, ਉਹ ਆਪ ਪਰਿਪੂਰਨ ਪਰਮਾਤਮਾ ਨੇ, ਸ੍ਰਿਸ਼ਟੀ ਨੂੰ ਰਚਨਹਾਰ ਬਣਾਉਣ ਵਾਲੇ ਉਹ ਨੇ। ਸੱਚਮੁੱਚ ਜਿਸ ਰੱਬ ਬਾਰੇ ਮੈਂ ਸੁਣਦਾ ਸੀ, ਅੱਜ ਪਹਿਲੀ ਵਾਰ ਮੈਂ ਅੱਖੀ ਵੇਖਿਆ। ਆਖੋ ਸਤਿਨਾਮ। ਜਦੋਂ ਕਹਿੰਦੇ ਹਨੀਫੇ ਨੇ ਅੰਦਰੋਂ ਮਹਿਮਾ ਕੀਤੀ ਗੁਰੂ ਸਾਹਿਬ ਦੀ, ਸੱਦਾਂ ਦੀ ਮੰਡਲੀ ਨੂੰ ਸਣ ਕੱਪੜੇ ਅੱਗ ਲੱਗੀ। ਤੇ ਗੋਰਖਨਾਥ ਨੂੰ ਵੀ ਫੀਲ ਹੋਵੇ ਵੀ ਮੇਰੇ ਹੁੰਦਿਆਂ ਮੇਰੀ ਸਿਫਤ ਨਹੀਂ ਕਰਦਾ, ਚੇਲਾ ਮੇਰਾ ਹੈ, ਵਡਿਆਈ ਬਾਬੇ ਨਾਨਕ ਦੀ ਕਰਦਾ। ਆਖੇ ਜੀ ਉਹਨਾਂ ਦੀ ਕੀ ਮਹਿਮਾ ਗਾਵਾਂ, ਕਿਹੜੀ ਸ਼ੋਭਾ ਕਰਾਂ, ਕਹਿਣੀ ਕਥਨੀ ਤੋਂ ਬਾਹਰ ਹੈ। ਕਬਿਤ ਗੋਰਖ ਬੁਲਾਏ ਸਿੱਧ ਭੂਤ ਵੇਸਣਾਏ ਕਹਿਓ ਤਾਕੋ ਸਮਝਾਏ ਉਪਦੇਸ਼ ਦੇਹੋ ਜਾਏ। ਜਦੋਂ ਗੁਰੂ ਨਾਨਕ ਸਾਹਿਬ ਦੀ ਸਿਫਤ ਹਨੀਫਾ ਕਰਨ ਲੱਗਿਆ ਨਾ, ਗੋਰਖ ਹੰਕਾਰੀ ਨੇ ਗੱਲ ਕੱਟਤੀ। ਕਹਿੰਦਾ ਬਸ ਕਰ, ਬਹਿ ਜਾ, ਨਹੀਂ ਕੋਈ ਸੁਣ ਸਕਦਾ ਅਬ ਤੋਂ ਵੱਡੇ ਦੀ ਮਹਿਮਾ। ਐਨੇ ਨੂੰ ਉਹਨੇ ਆਵਾਜ਼ ਦਿੱਤੀ। ਸਾਹਮਣੇ ਬੈਠਾ ਸੀ ਸਿੱਧ ਜਿਹਦਾ ਨਾਂ ਸੀ ਭੂਤਵਾਨਾਥ। ਭੂਤਵਾਨਾਥ ਕਦੇ ਸਿੱਧਾਂ ਦੇ ਨਾਂ ਸੁਣੇ? ਦੋ ਚਾਰ ਦਾ ਹੀ ਪਤਾ ਸੀ। ਗੋਰਖਨਾਥ ਹੁੰਦਾ, ਇੱਕ ਮਸ਼ਿੰਦਰਨਾਥ ਹੁੰਦਾ। ਕਿੰਨੇ ਚੱਲ ਪਏ ਜੀ, ਕੋਈ ਕਨੀਫਾ, ਕੋਈ ਹਨੀਫਾ, ਕੋਈ ਭੂਤਵਾ, ਕੋਈ ਭੰਗੜਨਾਥ, ਕੋਈ ਬੜੇ ਨਾਮ ਆਉਣੇ। ਜਦੋਂ ਨੇ ਆਵਾਜ਼ ਮਾਰੀ, ਕਹਿੰਦਾ ਜੀ ਹਜ਼ੂਰ, ਆਪਣੇ ਗੁਰੂ ਨੂੰ ਆ ਕੇ ਮੱਥਾ ਟੇਕਿਆ। ਕਹਿੰਦਾ ਜਾ ਨਾਨਕ ਨਿਰੰਕਾਰੀ ਕੋਲੇ, ਉਹ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ। ਗੋਰਖਨਾਥ ਬੋਲਦਾ ਹੈ, ਐਸੀ ਭੁਗਤ ਸਵਾਰ ਉਹਦੀ ਹੰਕਾਰ ਸੜ ਗਿਆ ਨਾ ਅੰਦਰ। ਉਹ ਜਾਣ ਗਿਆ ਵੀ ਇਹ ਤੇ ਮੇਰੇ ਸਿੱਧ ਵੀ ਪ੍ਰਭਾਵਿਤ ਹੋ ਰਹੇ ਨੇ, ਜਾ ਕੇ ਕਿਸੇ ਹੰਕਾਰੀ ਨੂੰ ਭੇਜਾਂ
ਕਿਉਂਕਿ ਹੰਕਾਰੀ ਬੰਦਾ ਸੱਚ ਵੇਖ ਕੇ ਸੱਚ ਨੂੰ ਸੱਚ ਕਹਿ ਨਹੀਂ ਸਕਦਾ ਜਵਾਨੋ। ਰੱਬ ਨੇ ਨਾ ਉਹਦੇ ਗਲ ਦੇ ਵਿੱਚ ਡੰਡਾ ਫਸਾਇਆ ਹੁੰਦਾ ਹੈ ਵੀ ਤੂੰ ਤਾਂ ਹੁਣ ਨਹੀਂ ਕਰ ਸਕਦਾ, ਆਪਣੀ ਰੂਹ ਤੇਰੀ ਤੇ। ਭੂਤਵਨਾਥ ਕੋਲੇ ਆਇਆ, ਜਿਹਨੂੰ ਭੂਤਵਾ ਕਹਿੰਦੇ ਆ, ਇਹਨੇ ਤਾਂ ਸਵਾਹ ਸਿਰ ਤੋਂ ਪੈਰਾਂ ਤੱਕ ਮੜੀ ਹੋਈ ਹੈ। ਕਹਿੰਦਾ ਗੁਰੂਦੇਵ ਹੁਕਮ ਕਰੋ। ਕਹਿੰਦਾ ਹੁਕਮ ਇਹ ਹੈ, ਬਾਬੇ ਨਾਨਕ ਨੂੰ ਬਚਨਾਂ ਵਿੱਚ ਹਰਾ ਕੇ ਆ, ਝੁਕਾ ਕੇ ਆ। ਇੱਥੇ ਕਿੰਨੇ ਗਏ ਨੇ, ਇਹ ਜਾ ਕੇ ਆਪੇ ਝੁਕਦੇ ਨੇ। ਆਵਾਜ਼ ਸੁਣ ਤਾਏ ਗੁਰੂ ਨਾਨਕ ਸੋਹਾਏ ਜਹੇ ਬਚਨ ਆਲਾਏ ਬਾਲੇ ਹੱਠ ਕੋ ਗਵਾਈਏ। ਗੁਰੂ ਨਾਨਕ ਸਾਹਿਬ ਬਾਰੇ ਸੁਣ ਕੇ ਨਾ ਭੂਤਵਨਾਥ ਵੱਡਾ ਦਾਵਾ ਕਰਕੇ ਆਇਆ। ਕਹਿੰਦਾ ਜੀ ਐ ਗਿਆ ਤੇ ਐਂ ਲੈ ਆਇਆ। ਹੁਣ ਤੁਸੀਂ ਇੱਕ ਚੀਜ਼ ਨੋਟ ਕਰੀ ਚੱਲਿਓ, ਜਿਉਂ-ਜਿਉਂ ਸਿੱਧ ਲੇਟ ਉੱਠਦੇ ਨੇ, ਇਹ ਓਡੀ ਵੱਡੀ ਉਮਰ ਤੇ ਉਨੀ ਵੱਡੀ ਕਰਾਮਾਤ ਵਾਲੇ ਆ। ਜਿਨ੍ਹਾਂ ਦੀਆਂ ਕਰਾਮਾਤਾਂ ਛੋਟੀਆਂ ਸੀਆਂ, ਉਮਰਾਂ ਛੋਟੀਆਂ ਸੀ, ਉਹ ਵਕਤ ਨਾਲ ਜਾ ਕੇ ਕੋਈ ਹਾਰ ਕੇ ਆ ਗਏ, ਕੁਛ ਝੁਕ ਕੇ ਆ ਗਏ। ਜਿੰਨੇ ਬਾਅਦ ਆਉਂਦੇ ਮਤਲਬ ਉਹ ਉਨੇ ਪ੍ਰਭਾਵਸ਼ਾਲੀ ਨੇ, ਉਨੇ ਜ਼ੋਰ ਵਾਲੇ, ਓਡੀ ਵੱਡੀ ਕਰਾਮਾਤ ਵਾਲੇ ਆ। ਭੂਤਵਨਾਥ ਇੱਕਦਮ ਅਲੋਪ ਹੋ ਕੇ ਆ ਗਏ ਨੇ। ਸਵਾਲ ਨਹੀਂ ਕੋਈ ਮਹਾਰਾਜ ਨੂੰ ਪੁੱਛਿਆ ਜਿਵੇਂ ਪਹਿਲੇ ਪੁੱਛਦੇ ਸੀ। ਆ ਕੇ ਕਹਿੰਦਾ ਉਹ ਬਾਲਕੋ, ਆਵਾਜ਼ ਮਾਰ ਕੇ ਸਤਿਗੁਰਾਂ, ਕਹਿੰਦਾ ਕਿਉਂ ਹੱਠ ਕਰਦੇ ਹੋ? ਹੱਠ ਜਿੱਦ ਕਿਉਂ ਕਰਦੇ ਹੋ? ਤੁਹਾਨੂੰ ਕਿੰਨੀ ਵਾਰ ਕਿਹਾ ਗੋਰਖਨਾਥ ਨੂੰ ਆਪਣਾ ਗੁਰੂ ਮੰਨੋ, ਕਿਉਂ ਸਾਡੇ ਨਾਲ ਝਗੜਦੇ ਫਿਰਦੇ ਹੋ? ਛੋਟੀ ਜਿਹੀ ਤੇ ਗੱਲ ਹੈ, ਗੁਰੂ ਗੋਰਖ ਕਹਿ ਦਿਓ, ਜੈ ਗੋਰਖ ਕਹਿ ਦਿਓ, ਰੌਲੀ ਮੁੱਕ ਜਾਣਾ ਹੈ। ਆਪਣਾ ਹੱਠ ਤਿਆਗ ਦੇਵੋ। ਚਰਨ ਲਗਾਏ ਗੁਰੂ ਗੋਰਖ ਕਰਾਏ ਤੇਰੇ ਮਰਨ ਮਿਟਾਏ ਐਸੇ ਪਦ ਕਿਉਂ ਨਾ ਪਾਈਏ। ਤੁਸੀਂ ਕਿਉਂ ਪਰਮ ਪਦ ਨਹੀਂ ਪਾਉਣਾ ਚਾਹੁੰਦੇ? ਗੁਰੂ ਗੋਰਖ ਦੇ ਜਾ ਕੇ ਚਰਨੀ ਲੱਗੋ, ਮੱਥਾ ਟੇਕੋ, ਤੋ ਤੁਹਾਡੀ ਮੌਤ ਟਾਲ ਦੇਣਗੇ ਉਹ। ਜਦੋਂ ਸਤਿਗੁਰਾਂ ਨੇ ਸੁਣਿਆ ਨਾ, ਮਰਜ ਹੱਸ ਪਏ, ਬਹੁਤ ਹੱਸੇ। ਸੁਭਾਵਿਕ ਹੈ ਜੀ, ਕਿਸੇ ਹੰਕਾਰੀ ਬੰਦੇ ਦੀ ਗੱਲ ਸੁਣ ਕੇ ਹੱਸੋਗੇ, ਉਹ ਗੁੱਸਾ ਕਰੂਗਾ ਵੀ ਇਹ ਮੈਨੂੰ ਮਜ਼ਾਕ ਕਰਦਾ ਹੈ, ਸੀਰੀਅਸ ਨਹੀਂ ਲੈ ਲੈਂਦਾ। ਮੌਜੂਦ ਆਉਂਦਾ ਮੇਰਾ ਸਤਿਗੁਰਾਂ ਨੂੰ ਕਹਿੰਦਾ ਤੁਹਾਡੀ ਮੌਤ ਟਾਲ ਦੇਣਗੇ ਗੁਰੂ ਜੀ, ਚਲੋ ਤੇ ਸਹੀ। ਕਿਉਂਕਿ ਕੋਈ ਵੀ ਹੋਵੇ ਨਾ, ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਦੁਨੀਆ ਦੇ ਜਿਹੜੇ ਕੱਚੇ ਪਿੱਲੇ ਘਰ ਨੇ ਨਾ, ਉਹ ਆਪਣੇ ਗੁਰੂ ਨੂੰ ਟ੍ਰੈਂਡਿੰਗ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਵੀ ਸਾਡਾ ਗੁਰੂ ਆ, ਸਾਡਾ ਗੁਰੂ ਆ, ਬੜਾ ਕੁਛ ਇੱਥੇ ਚੱਲ ਰਿਹਾ ਹੈ। ਮੈਂ ਕਹਿੰਦਾ ਜੀ ਤੋਬਾ ਹੋਈ ਪਈ ਆ ਪਿਛਲੇ 1 ਸਾਲ ਤੋਂ ਤੇ ਪੰਜਾਬ 'ਚ। ਨਿੱਤ ਨਵਾਂ ਕ੍ਰਿਸ਼ਮਾ, ਨਿੱਤ ਨਵੀਂ ਕਰਾਮਾਤ, ਨਿੱਤ ਇੱਥੇ ਤੇ ਆ ਵੀ ਚੱਲਦੇ, ਮੁਰਦਿਆਂ ਨੂੰ ਜਿਉਂਦੇ ਕਰਨ ਵਾਲੇ ਫਿਰਦੇ ਆ। ਵੇਖਦੇ ਨਾ ਪ੍ਰੋਫੈਸਰ ਬਲਜਿੰਦਰ ਵਰਗੇ, ਕਿਸੇ ਨੂੰ ਕਹਿੰਦੇ ਆ ਬੋਲ ਹਾਲੇਲੂਇਆ, ਵੇਖ ਓਏ ਫਲਾਣੇ ਦੀਆਂ ਲੱਤਾਂ ਠੀਕ ਹੋ ਗਈਆਂ, ਕਰਦੇ ਆ ਨਾ ਡਰਾਮੇ। ਇਹ ਕੀ ਹੈ? ਸਕ੍ਰਿਪਟਾਂ ਲਿਖੀਆਂ ਹੁੰਦੀਆਂ ਨੇ। ਗਰੀਬ ਲੋਕ ਨੇ 2-2 4-4 ਹਜ਼ਾਰ ਉਹਨਾਂ ਨੂੰ ਦਿੱਤਾ ਹੋਇਆ ਹੈ ਵੀ ਤੁਸੀਂ ਆਹ ਡਰਾਮਾ ਕਰਨਾ ਕੈਮਰੇ ਸਾਹਮਣੇ। ਇਹ ਲੋਕ ਬੇਵਕੂਫ ਨੇ, ਇਹਨਾਂ ਨੂੰ ਮਾੜਾ ਜਿਹਾ ਕਰਕੇ ਵਿਖਾ ਦਿਓ, ਉੱਥੇ ਲੈਣ ਲਾ ਦਿੰਦੇ ਆ। ਪਤਾ ਉਹਨਾਂ ਨੂੰ ਅੱਜ ਖੇਡਿਆ ਜਾ ਰਿਹਾ ਧਰਮ ਦੇ ਨਾਂ ਤੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਐਡੇ ਵੱਡੇ ਸਿੱਧਾਂ ਨੂੰ ਜਾ ਕੇ ਕਹਿੰਦੇ ਤੁਸੀਂ ਪਖੰਡੀ ਹੋ, ਜਿਨ੍ਹਾਂ ਦੇ ਪੱਲੇ ਕੁਛ ਸੀ, ਕੁਝ ਕਰਦੇ ਵੀ ਸੀ, ਤੇ ਕਿੱਡੀ ਵੱਡੀ ਕਰਾਮਾਤ ਹੋਣਗੇ ਗੁਰੂ ਬਾਬਾ ਜੀ ਨਾਲ। ਸਤਿਗੁਰਾਂ ਨੂੰ ਕਹਿੰਦਾ ਹੱਠ ਛੱਡੋ, ਤੁਹਾਨੂੰ ਮੌਤ ਤੋਂ ਮੁਕਤ ਕਰਾਂਗੇ, ਲੰਮੀ ਆਰਜਾ ਹੋਵੇਗੀ। ਪਹੁੰਚਿਓ ਤੂੰ ਆਏ ਨਹਿ ਸੁਸ਼ਾਹਨ ਜਾਏ ਅਬ ਜਾਂ ਤੇ ਕਹੋ ਤੋਹੇ ਜੀ ਹੋਏ ਜੋ ਸੁਣਾਈਏ। ਰਸਤਾ ਸਤਿਗੁਰ ਨਾਲ ਰੋਕ ਕੇ ਭੂਤਵਨਾਥ ਕਹਿੰਦਾ ਅੱਗੇ ਤਾਂ ਤੁਸੀਂ ਜਾ ਨਹੀਂ ਸਕਦੇ, ਮੈਂ ਖੜੇ ਆ ਪਿੱਛੇ, ਤੁਹਾਨੂੰ ਜਾਣ ਨਹੀਂ ਦਿਆਂਗਾ। ਇੱਕੋ ਇੱਕ ਹੱਲ ਹੈ, ਗੁਰੂ ਗੋਰਖ। ਕਿੰਨਾ ਜ਼ੋਰ ਲਾਇਆ ਸਿੱਧਾ ਨੇ। ਪਤਾ ਉਹਨਾਂ ਨੂੰ ਇਹ ਬਹੁਤ ਵੱਡੀ ਖੁਦਾਈ ਨੇ ਗੁਰੂ ਨਾਨਕ ਸਾਹਿਬ। ਜੇ ਇਹ ਝੁਕ ਗਏ ਤੇ ਪੂਰੀ ਮਨੁੱਖਤਾ ਝੁਕ ਗਈ, ਸਾਰਾ ਸਮਾਜ ਹੀ ਗੋਰਖ ਗੋਰਖ ਜਪੂਗਾ। ਮਹਾਰਾਜ ਮੁਸਕਰਾਈ ਗਏ। ਉਹ ਸਤਿਗੁਰਾਂ ਦੇ ਸਾਹਮਣੇ ਆਪਣਾ ਰੋਬ ਝਾੜਦਾ, ਜੋ ਸਿੱਖਿਆ ਲੈ ਕੇ ਆਇਆ ਉਹ ਦੱਸ ਰਿਹਾ ਹੈ। ਕਹਿੰਦਾ ਤੁਹਾਨੂੰ ਸੌਖੇ ਕੰਨਾਂ 'ਚ ਮੁੰਦਰਾਂ ਇੱਥੇ ਹੀ ਪਾ ਦਿਆਂਗੇ, ਕਿਸੇ ਟਿੱਲੇ ਤੇ ਨਹੀਂ ਜਾਣਾ ਪਏਗਾ, ਕਿਸੇ ਥਾਂ ਤੇ ਜਾ ਕੇ ਗੁਰੂ ਧਾਰਨ ਕਰਨਾ ਨਹੀਂ ਪੈਣਾ। ਵੱਡੇ ਵੱਡੇ ਸਿੱਧਾਂ ਦੇ ਵਿੱਚ ਗੁਰੂ ਜੀ ਦੇ ਨੇੜੇ ਤੁਹਾਨੂੰ ਰੁਤਬਾ ਮਿਲੇਗਾ। ਸ੍ਰੀ ਗੁਰੂ ਕਹਿਤ ਬੈਨ ਸੁਸ਼ਾ ਸੋ ਰਹਿਤ ਜੋ ਨਾਮ ਨ ਜਪਤ ਦੁੱਖ ਜਾਏ ਜਮ ਤਰਾਸ ਕੋ। ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਉਹ ਗੱਲ ਸੁਣ ਖਾਲੀ ਭਾਂਡਿਆ, ਜਿਹੜਾ ਆਪ ਖਾਲੀ ਹੋਵੇ ਉਹ ਕਿਸੇ ਦਾ ਕੀ ਸਵਾਰੂਗਾ। ਤੂੰ ਕਹਿੰਦਾ ਮੌਤ ਤੋਂ ਬਚਾ ਲੇਗਾ ਗੁਰੂ ਤੇਰਾ,
ਤੇਰਾ ਗੁਰੂ ਤੇ ਆਪ ਜਮਾ ਤੂੰ ਡਰਦਾ ਫਿਰਦਾ। ਆਖੋ ਸਤਿਨਾਮ। ਉਹ ਮੌਤ ਤੋਂ ਡਰਦਾ ਉਮਰ ਵਧਾਈ ਜਾਂਦਾ ਹੈ, ਲੰਮੀ ਕਰੀ ਜਾਂਦਾ ਹੈ ਵੀ ਮੈਂ ਨਾ ਮਰਾਂ। ਸਤਿਗੁਰ ਕਹਿੰਦੇ ਕੌਣ ਹੈ ਦੁਨੀਆ ਤੇ ਭਾਈ? ਇੱਕ ਨਿਰੰਕਾਰ ਤੋਂ ਬਿਨਾਂ ਜਿਹੜਾ ਜੰਮਦਾ ਮਰਦਾ ਨਹੀਂ। ਕਿਉਂ ਕੂੜ ਬੋਲਦਾ ਹੈ? ਕਿਉਂ ਝੂਠ ਦਾ ਪ੍ਰਚਾਰ ਕਰਦਾ ਏ? मान को मिटाए सब चरण लगाए, अब नहीं हट जाहे हमें आमे तुम पास को। ਸਤਿਗੁਰ ਕਹਿੰਦੇ ਤੂੰ ਸਾਨੂੰ ਰੋਕ ਨਹੀਂ ਸਕਦਾ, ਕਿਉਂਕਿ ਤੁਹਾਡੀ ਪਹੁੰਚ ਹੰਕਾਰ ਤੱਕ ਹੈ। ਅਸੀਂ ਤੇ ਹੰਕਾਰ ਤੋਂ ਅੱਗੇ ਕਦਮ ਰੱਖਦੇ। ਹੰਕਾਰੀ ਬੰਦਾ ਕਿੰਨੀਆਂ ਕਿਛਾਲਾਂ ਮਾਰ ਲੂ ਜੀ। ਕਦੇ ਸੁਣੀ ਆ ਨਾ ਤੁਸੀਂ ਬਹੁਤ ਪੁਰਾਣੇ ਸਮੇਂ ਵਿੱਚ ਕੱਛੂ ਤੇ ਸਹੇ ਦੀ ਕਹਾਣੀ। ਖੇਦਾ ਤੇ ਹੌਲੀ ਹੌਲੀ ਚੱਲਦਾ ਹੈ। ਸਹੀ ਨੂੰ ਮਾਨ ਸੀ ਮੈਂ ਤੇਜ਼ ਚੱਲਦਾ, ਹੋਇਆ ਕੀ ਸੌਂ ਗਿਆ। ਕੱਛੂ ਚਾਲ ਵਾਲਾ ਪਹੁੰਚ ਗਿਆ, ਜਿੱਤ ਗਿਆ। ਗੁਰੂ ਬਾਬਾ ਜੀ ਕਹਿੰਦੇ ਤੁਸੀਂ ਹੰਕਾਰ ਜੀ ਤੁਰੇ ਫਿਰਦੇ ਹੋ, ਸਾਥੋਂ ਉੱਪਰ ਕੋਈ ਨਹੀਂ, ਸਾਥੋਂ ਵੱਡਾ ਕੋਈ ਨਹੀਂ, ਸਾਡੇ ਅੱਗੇ ਅੜਦਾ ਕੋਈ ਨਹੀਂ। ਪਾਤਸ਼ਾਹ ਕਹਿੰਦੇ ਮੌਤ ਦੇ ਵਾਸੋਂ ਨਾਮ ਤੁਸੀਂ ਜਪਿਆ ਨਹੀਂ, ਖਾਲੀ ਭਾਂਡੇ ਹੋ। जन्म मरण को आतंक मन मन सो, देह बिखे हंता अत धार्यो अभ्यास को। ਭਾਈ ਤੁਹਾਡਾ ਗੁਰੂ ਤੇ ਰੋਗੀ ਹੈ ਹੰਕਾਰ ਦਾ, ਤੇ ਚੇਲੇ ਵੀ ਤੇ ਰੋਗੀ ਹੋਣਗੇ। ਸੁਭਾਵਿਕ ਹੈ, ਗੁਰੂ ਦਾ ਸੁਭਾਅ ਚੇਲਿਆਂ 'ਚ ਹੁੰਦਾ ਹੈ। ਕਹਿੰਦੇ ਜੰਮਣ ਮਰਨ ਤੋਂ ਡਰਦਾ ਹੈ, ਉਹਨੂੰ ਆਪ ਆਤੰਕ ਸਤਾਉਂਦਾ ਏ, ਭੈ ਸਤਾਉਂਦਾ ਏ। ਸਾਨੂੰ ਮੁਕਤ ਕਿੱਥੋਂ ਕਰ ਦੂਗਾ? ਆਖੋ ਸਤਿਨਾਮ। ਜਿਹੜਾ ਆਪ ਮੌਤ ਤੋਂ ਡਰਦਾ ਤੈਨੂੰ ਕਿੱਥੇ ਬਚਾ ਲਏਗਾ? ਮਰਦ ਕਹਿੰਦੇ ਤੁਸੀਂ ਤੇ ਰੋਗੀ ਹੋ, ਮਾਨਸਿਕ ਰੋਗੀ, ਤੁਹਾਨੂੰ ਹੰਕਾਰ ਦਾ ਰੋਗ ਲੱਗੇ। ਅਸੀਂ ਤੁਹਾਨੂੰ ਕੀ ਕਿਹਾ ਸੀ? ਆਪਣੇ ਰਾਹ ਜਾਂਦੇ ਆ, ਭੱਜ ਭੱਜ ਕੇ ਰਸਤਾ ਰੋਕਦੇ। ਹੰਕਾਰੀ ਬੰਦੇ ਦੀ ਨਿਸ਼ਾਨੀ ਕੀ ਆ? ਉਹ ਭੱਜ ਭੱਜ ਲੋਕਾਂ 'ਚ ਬੜੂ ਬੇਵਜ੍ਹਾ, ਕੋਈ ਬੁਲਾਵੇ ਨਾ ਬੁਲਾਵੇ ਉਹਨੇ ਸਰਵਾਲਾ ਬਣਨਾ ਹੈ। ਬੜੇ ਲੋਕ ਹੁੰਦੇ ਆ ਨਾ, ਵਿਆਹ ਕਿਸੇ ਦਾ ਹੁੰਦਾ ਹੈ, ਬੁਲਾਇਆ ਨਹੀਂ ਹੁੰਦਾ, ਉੱਥੇ ਵੀ ਭੰਗੜੇ ਪਾਉਂਦੇ ਫਿਰੀ ਜਾਂਦੇ, ਖਾਂਦੇ ਪੀਂਦੇ ਫਿਰੀ ਜਾਂਦੇ। ਉਹਨਾਂ ਨੂੰ ਆਪਣੇ ਆਪ ਤੇ ਇੱਕ ਭਰੋਸਾ ਜਿਹਾ ਹੁੰਦਾ ਹੈ, ਸਾਨੂੰ ਕਿਹੜਾ ਕੋਈ ਫੜ ਸਕਦਾ ਹੈ, ਸਾਨੂੰ ਕਿਹੜਾ ਪਛਾਣਨਾ ਕਿਸੇ ਨੇ। ਇਹ ਇੱਕ ਈਗੋ ਹੈ, ਇੱਕ ਹੰਕਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਭਾਈ ਤੁਹਾਡਾ ਤੇ ਗੁਰੂ ਆਪ ਹੰਕਾਰ ਦਾ ਦੁਖੀ ਹੈ। ਹੰਕਾਰ ਦਾ ਰੋਗ ਲੱਗਿਆ, ਉਹੀ ਰੋਗ ਤੁਹਾਨੂੰ ਲਾਦਾ, ਤੇ ਤੁਸੀਂ ਸਾਨੂੰ ਕਿਵੇਂ ਬਚਾ ਲੋਗੇ ਮੌਤ ਤੋਂ? ਉਹ ਤੇ ਅਟਲ ਸੱਚਾਈ ਹੈ। ਦੁਨੀਆ ਦੇ ਧਰਮ ਮੌਤ ਦਾ ਡਰਾਵਾ ਦਿੰਦੇ ਆ, ਗੁਰੂ ਨਾਨਕ ਦਾ ਧਰਮ ਮੌਤ ਦਾ ਡਰਾਵਾ ਨਹੀਂ ਦਿੰਦਾ। ਅੱਜ ਬੜੇ ਲੋਕ ਕਹਿੰਦੇ ਜੀ ਲੈ ਧਰਮ ਤੇ ਡਿਪਰੈਸ਼ਨ 'ਚ ਕਰ ਦਿੰਦਾ ਹੈ, ਮਰਨਾ ਹੈ ਮਰਨਾ ਹੈ। ਮਰਦ ਤੇ ਕਹਿੰਦੇ ਭਾਈ ਮੌਤ ਦਾ ਖੌਫ ਛੱਡ। ਇਹ ਕੀ ਹੈ? ਇਹ ਤੋਂ ਡਰਨਾ ਕਾਹਦਾ ਹੈ? ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਚਰਨੀ ਹੋਏ। ਬੜੀ ਸੌਖੀ ਗੱਲ ਹੈ। ਤੇ ਮਰਦ ਕਹਿੰਦੇ ਭਾਈ ਚਿੰਤਾ ਉਹਦੀ ਕਰ ਜੋ ਤੇਰੇ ਨਾਲ ਹੋਣ ਲੱਗਾ ਤੇ ਦੁਨੀਆ ਨਾਲ ਨਹੀਂ ਹੋਇਆ। ਅਣਹੋਣੀ ਘਟੀ ਹੋਵੇ ਤੇਰੇ ਨਾਲ, ਸਭ ਨੇ ਮਰਨਾ, ਤੂੰ ਵੀ ਮਰਨਾ, ਇਹਦੀ ਚਿੰਤਾ ਕਾਹਦੀ ਹੈ? ਤੈਨੂੰ ਜੇ ਜੰਮਣ ਦਾ ਦੁੱਖ ਨਹੀਂ ਹੋਇਆ ਤੇ ਮਰਨ ਦਾ ਦੁੱਖ ਕਾਹਦਾ ਲਾਈ ਫਿਰਦਾ? ਮੇਰੇ ਨੂੰ ਕਿਉਂ ਡਰਿਆ ਫਿਰਦਾ ਏ? ਇਹ ਤੇ ਮਾਰਗ ਸੰਸਾਰ ਦਾ ਜੰਮਣਾ ਤੇ ਮਰਨਾ। ਦੱਸੋ ਕਿੱਥੇ ਮਰਦ ਕਹਿੰਦੇ ਮੌਤ ਦਾ ਡਰ ਹੈ ਕਿਤੇ ਡਰ ਸਿੱਖ ਨੂੰ? ਨਹੀਂ, ਸਿੱਖ ਦਾ ਤੇ ਜਨਮ ਮੌਤ ਤੋਂ ਅੱਗੋਂ ਸ਼ੁਰੂ ਹੁੰਦਾ ਹੈ। ਮੌਤ ਦੇ ਖੌਫ ਤੋਂ ਬਾਅਦ ਸਿੱਖ ਧਰਮ ਦੀ ਆਰੰਭਤਾ ਹੈ। ਦੁਨੀਆ ਦੇ ਧਰਮ ਮੌਤ ਦਾ ਡਰਾਵਾ ਦੇ ਕੇ ਲੁੱਟਦੇ ਆ, ਮਾਨਸਿਕ ਲੁੱਟ ਕਰਦੇ ਆ, ਸਿੱਧ ਵੀ ਲੁੱਟਦੇ ਸੀ। ਮਰਦ ਕਹਿੰਦੇ ਜੇ ਤੇ ਤੇਰੇ ਕੋਲ ਬੰਦਗੀ ਹੈ, ਤੇਰੇ ਕੋਲ ਨਾਮ ਹੈ, 4 ਪ੍ਰਕਾਰ ਦੀ ਮੁਕਤੀ ਹੈ, ਸਾਡੀ ਝੋਲੀ ਪਾ ਜਾ। ਰੰਚਕ ਸਨੇਹੇ ਜਾਨੀ ਕਰਨ ਦੇਹ ਵਿਖੇ, ਰਹੇ ਤੇ ਹਰਖ ਨਹੀਂ ਸ਼ੋਕ ਹੈ ਵਿਨਾਸ਼ ਕੋ। ਸਤਿਗੁਰ ਕਹਿੰਦੇ ਤੁਹਾਡੇ ਚ ਰੰਚਕ ਮਾਤਰ ਵੀ ਪ੍ਰੇਮ ਨਹੀਂ ਤੇ ਸਨੇਹ ਨਹੀਂ ਤੁਹਾਨੂੰ ਰੱਬ ਨਾਲ ਕੋਈ। ਰੱਬ ਨਾਲ ਤੇ ਪ੍ਰੀਤ ਹੀ ਨਹੀਂ ਹੈ, ਤੁਹਾਨੂੰ ਪਿਆਰ ਹੈ ਪਦਾਰਥਾਂ ਨਾਲ। ਬੇਸ਼ੱਕ ਤੁਸੀਂ ਛੱਡ ਕੇ ਆ ਗਏ ਹੋ ਰਾਜ ਭਾਗ ਪਦਾਰਥ, ਅੰਦਰੋਂ ਮਾਣ ਚੁੱਕੀ ਫਿਰਦੇ ਹੋ ਵੀ ਰਾਜੇ ਮਹਾਰਾਜਿਆਂ ਨੂੰ ਅਸੀਂ ਚੇਲੇ ਬਣਾ ਲਿਆ। ਦੁਨੀਆ ਸਾਨੂੰ ਮੱਥਾ ਟੇਕਦੀ ਆ, ਰਾਜ ਛੱਡ ਕੇ ਭੀਖ ਮੰਗਦੇ ਫਿਰਦੇ ਹੋ। ਕਿੱਧਰ ਦੀ ਸਿਆਣਪ ਹੈ? ਇਹ ਸਿਆਣਪ ਹੈ ਜੀ? ਤੁਸੀਂ ਆਪਣੀ ਗੱਡੀ ਛੱਡ ਕੇ ਕਿਸੇ ਤੋਂ ਧਾਰਾ ਸਾਈਕਲ ਮੰਗਦੇ ਫਿਰੋ ਵੀ ਉੱਥੇ ਤੱਕ ਜਾ ਕੇ ਆਉਣਾ, ਆਪਣਾ ਸਕੂਟਰ ਦੀ ਚਾਬੀ ਦੇ ਦੇ। ਇਹ ਕੀ ਹੈ? ਨੀਚਤਾ ਦੀ ਨਿਸ਼ਾਨੀ ਹੈ। ਜਿਸ ਬੰਦੇ ਕੋਲ 10 ਗੱਡੀਆਂ ਖੜੀਆਂ ਨੇ, ਉਹ ਕਿਸੇ ਗਰੀਬ ਤੋਂ ਵੈਸਪਾ ਸਕੂਟਰ ਮੰਗੇ, ਐਕਟਿਵਾ ਮੰਗੇ ਵੀ ਮੈਂ ਜਾ ਕੇ ਆਉਣਾ। ਇਹ ਵੱਡੀ ਸੋਚ ਨਹੀਂ ਹੈ, ਛੋਟੀ ਹੈ। ਸਤਿਗੁਰੂ ਆਖਣ ਲੱਗੇ ਓਏ ਮੂਰਖੋ, ਪੱਲੇ ਤੁਹਾਡੇ ਕੱਖ ਨਹੀਂ, ਵੱਡੀਆਂ ਵੱਡੀਆਂ ਤੁਸੀਂ ਗੱਲਾਂ ਕਰਦੇ ਹੋ। ਰਾਜ ਭਾਗ ਛੱਡ ਕੇ
ਭੀਖ ਮੰਗ ਕੇ ਖੁਸ਼ ਹੋਏ ਫਿਰਦੇ ਆਖੋ ਸਤਿਨਾਮ। ਤੁਹਾਨੂੰ ਕੀ ਲੋੜ ਸੀ ਮੰਗਣ ਦੀ ਭੀਖ? ਤੁਹਾਡੇ ਕੋਲ ਰਾਜ ਭਾਗ ਸੀ, ਰੱਬ ਨੇ ਦਿੱਤਾ ਸੀ। ਉਹ ਰਾਜ ਭਾਗ ਦੇ ਨਾਲ ਪ੍ਰਜਾ ਦੀ ਸੇਵਾ ਕਰਦੇ, ਲੋਕਾਂ ਦੇ ਦੁੱਖ ਵੰਡਾਉਂਦੇ, ਉਹ ਨਹੀਂ ਕੀਤੇ। ਤੁਸੀਂ ਤੇ ਆਪ ਦੁਖੀ ਹੋਏ ਫਿਰਦੇ ਹੋ। ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਕੱਲਾ ਸਰੀਰ ਨੂੰ ਹੱਠ ਜੋਗ ਤੇ ਲਾਈ ਫਿਰਦੇ ਹੋ। ਇਹ ਤੁਸੀਂ ਹੱਠ ਆਪ ਕਰਦੇ ਹੋ। ਦੋਹਰਾ ਸੁਣ ਕੇ ਜਾਣੇ ਗਿਆਨ ਕੰਨ, ਗਮਨਿਓ ਨਿਜ ਸਥਾਨ। ਗੋਰਖ ਕੇ ਟਿਕ ਬੈਠ ਕੇ, ਕੀਨ ਬਿਰਤੰਤ ਬਖਾਨ। ਗੁਰੂ ਬਾਬਾ ਜੀ ਕਹਿੰਦੇ ਹੱਠ ਤੁਸੀਂ ਕਰਦੇ ਹੋ, ਕਹਿੰਦੇ ਸਾਨੂੰ ਹੰਕਾਰੇ ਤੁਸੀਂ ਹੋਏ ਤੇ ਦਿਸਦੇ ਅਸੀਂ ਆ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਨਾ ਸ਼ਰਮਿੰਦਾ ਜਾ ਹੋ ਗਿਆ ਵੀ ਗੱਲਾਂ ਤੇ ਮੇਰੇ ਗਿਆਨ ਤੇ IQ ਲੈਵਲ ਤੋਂ ਹੀ ਵੱਡੀਆਂ ਨੇ। ਆਖੋ ਸਤਿਨਾਮ। ਮੈਂ ਤੇ ਕਿਹਾ ਸੀ ਗੋਰਖ ਨੂੰ ਗੁਰੂ ਮੰਨ ਲਓ, ਤੁਸੀਂ ਹੱਠੀ ਬਣੇ ਫਿਰਦੇ ਹੋ ਵੀ ਅਸੀਂ ਅੱਗੇ ਜਾਣਾ ਹੀ ਜਾਣਾ, ਸਾਨੂੰ ਰੋਕ ਨਹੀਂ ਸਕਦੇ। ਜਦੋਂ ਸਤਿਗੁਰਾਂ ਨੇ ਕਿਹਾ ਵੀ ਹੱਠ ਕਰਕੇ ਤੇ ਤੁਸੀਂ ਬੈਠੇ ਹੋ, ਘਰ-ਬਾਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਆ ਪਹਾੜਾਂ 'ਚ ਲੁੱਕ ਕੇ ਬਹਿ ਗਏ, ਹੱਠ ਤੁਸੀਂ ਕਰਦੇ ਕਿ ਅਸੀਂ ਕਰਦੇ? ਜਦੋਂ ਉਹਨੂੰ ਜਵਾਬ ਨਹੀਂ ਨਾ ਕੋਈ ਆਇਆ, ਉਹ ਅਲੋਪ ਹੋ ਗਿਆ, ਸਿੱਧ ਮੰਡਲੀ 'ਚ ਆਇਆ। ਹੁਣ ਆਖੜ ਕੇ ਗਿਆ ਸੀ ਭੱਜ ਕੇ, ਜਾ ਕੇ ਗੁਰੂ ਗੋਰਖ ਨੂੰ ਪ੍ਰਣਾਮ ਕੀਤੀ, ਇੱਕ ਪਾਸੇ ਬਹਿ ਗਿਆ। ਗੋਰਖਨਾਥ ਕਹਿੰਦਾ ਕੀ ਬਣਿਆ? ਕਹਿੰਦਾ ਜੀ ਔਖਾ ਹੀ ਆ ਜਿੱਤਣਾ। ਆਖੋ ਸਤਿਨਾਮ। ਉਹ ਤੇ ਹਰ ਗੱਲ ਵਿੱਚ ਗੁਣੀ ਗਿਆਨੀ ਹਨ। ਇਹ ਦੂਸ਼ਣ ਕਰਵਾਏ ਕੇ, ਗੋਰਖ ਆਇਸ ਦੀਨ। ਤੇ ਗੋਰਖਨਾਥ ਨੇ ਵੇਖਿਆ ਵੀ ਇਹ ਵੀ ਕਰੂ ਗੁਰੂ ਨਾਨਕ ਸਾਹਿਬ ਦੀ ਸਿਫਤ। ਕਹਿੰਦਾ ਬਹਿ ਜਾ ਤੂੰ ਇੱਕ ਪਾਸੇ। ਵਿਕਦੇ ਅਗਲੇ ਸ਼ਬਦ ਹੀ ਨਾ ਵਰਤਦੇ, ਪ੍ਰਭਾਵ ਤੇ ਪੈਂਦਾ ਨਾ ਦੂਜੇ ਬੰਦੇ ਤੇ ਜੋ ਸਿਫਤ ਕਰਨਗੇ। ਉਹਨੇ ਕਿਹਾ ਕੋਈ ਹੋਰ ਹੈ ਤੁਹਾਡੇ ਚੋਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਮੁਕਾਬਲੇ 'ਚ ਹੋਵੇ, ਨਾਨਕ ਨਿਰੰਕਾਰੀ ਦੇ ਮੁਕਾਬਲੇ 'ਚ? ਹੰਕਾਰੀ ਬੰਦੇ ਨੂੰ ਸਿਰਫ ਪੰਪਿੰਗ ਕਰਨ ਦੀ ਲੋੜ ਹੁੰਦੀ ਹੈ। ਮਾੜੀ ਜਿਹੀ ਸਿਫਤ ਪੰਪ ਜਾ ਮਾਰਦੇ ਹੋ ਵੀ ਹੈ ਕੋਈ ਤੁਹਾਡੇ 'ਚ ਉਹ ਬੰਦਾ ਜਿਹੜਾ ਦਰਖਤ ਤੇ ਚੜ੍ਹ ਕੇ ਉੱਪਰ ਵਾਲਾ ਫਲ ਤੋੜ ਕੇ ਲਿਆਵੇ, 20 ਕਹਿਣਗੇ ਮੈਂ ਚੱਲਿਆ ਜੀ ਹੁਣੇ ਲਿਆਉਣਾ। ਪਰ ਉਹ ਪੰਪ ਦੇ ਨਾਲ ਇੰਨਾ ਸਿਆਣਾ ਹੁੰਦਾ, ਉਹਨੂੰ ਪਤਾ ਹੈ ਵੀ ਲੱਤ ਟੁੱਟੂ ਇਹਦੀ ਟੁੱਟੂ, ਸਾਡਾ ਕੀ ਜਾਂਦਾ, ਤੋੜ ਕੇ ਲਿਆਉ ਤੇ ਆਪਾਂ ਖਾ ਲਾਂਗੇ, ਵੰਡ ਲਾਂਗੇ, ਚੌਧਰੀ ਬਣ ਜਾਵਾਂਗੇ। ਜੇ ਨੁਕਸਾਨ ਹੋਇਆ ਤੇ ਇਹਦਾ ਹੋਊਗਾ। ਗੋਰਖਨਾਥ ਨੂੰ ਇੰਨਾ ਪਤਾ ਸੀ ਵੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜੇ ਮੈਂ ਨਹੀਂ ਖੜ ਸਕਿਆ, ਮੇਰੀ ਸਿੱਧ ਮੰਡਲੀ ਕੀ ਹੈ? ਪਰ ਜਿਹੜਾ ਰੋਗ ਗੁਰੂ ਨੂੰ ਲੱਗਾ ਤੇ ਚੇਲਿਆਂ ਨੂੰ ਤੇ ਹੈ ਹੀ ਹੈ ਨਾ। ਕਹਿੰਦਾ ਛੇਤੀ ਕੋਈ ਉਠੋ ਜੋ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਨੂੰ ਦਲੀਲ ਨਾਲ ਕੱਢ ਸਕੇ। ਹੈ ਕੋ ਸਿੱਧ ਸਮਰੱਥ ਜੋ, ਜੀਤੈ ਬਚਨ ਪਰਬੀਨ। ਕੋਈ ਸਿੱਧ ਸਮਰੱਥ ਹੋਵੇ ਬਚਨਾਂ ਨਾਲ ਜਿੱਤ ਲਏ। ਕਹਿੰਦੇ ਜੀ ਕਿੰਨੀ ਦੇਰ ਕੋਈ ਉੱਠਿਆ ਹੀ ਨਹੀਂ। ਪਹਿਲੀ ਵਾਰ ਹੋਇਆ ਸਿੱਧ ਮੰਡਲੀ 'ਚ ਵੀ ਗੁਰੂ ਨੂੰ ਦੂਜੀ ਵਾਰ ਕਹਿਣਾ ਪਿਆ, ਨਹੀਂ ਤੇ ਕਹਿਣ ਤੋਂ ਪਹਿਲਾਂ ਕੰਧ ਤੇ ਬੈਠੇ ਸੀ ਵੀ ਮੈਂ ਚੱਲਿਆ ਜੀ। ਗੋਰਖਨਾਥ ਦੂਜੀ ਵਾਰ ਕਹਿੰਦੇ, ਤੀਜੀ ਵਾਰ ਫੇਰ ਬੋਲੇ ਕੋਈ ਐਸਾ ਸਿੱਧ ਸਮਰੱਥ ਹੋਵੇ, ਸਮਰੱਥ ਜੋ ਗੁਰੂ ਬਾਬਾ ਜੀ ਨੂੰ ਚਰਚਾ ਵਿੱਚ ਹਰਾ ਸਕੇ। ਹਰਾਉਣਾ ਉਹਨਾਂ ਨੂੰ। ਜਿੱਤ ਹਾਰ ਦੀ ਲੜਾਈ ਚੱਲਦੀ ਹੈ। ਗੁਰੂ ਸਾਹਿਬ ਜਿੱਤ ਹਾਰ ਦੀ ਲੜਾਈ ਕਰਨ ਗਏ ਨਹੀਂ, ਮਰਜ ਮੱਤ ਦੇਣ ਗਏ ਆ, ਸਮਝਾਉਣ ਦੇਣ ਗਏ ਆ, ਸਮਝਾਉਣ ਗਏ ਆ। ਜਿੱਤਣਾ ਤੇ ਹਾਰਨਾ ਕਮਲੇ ਬੰਦੇ ਦੀ ਨਿਸ਼ਾਨੀ ਹੈ। ਇਹ ਦੱਸੋ ਜੀ ਜਿੱਤਣ ਵਾਲਾ ਮਰਦਾ ਕਿ ਨਹੀਂ ਮਰਦਾ? ਹਾਰਨ ਵਾਲਾ ਮਰਦਾ ਕਿ ਨਹੀਂ ਮਰਦਾ? ਤੇ ਫਿਰ ਜੇ ਮਰਨਾ ਦੋਨਾਂ ਨਹੀਂ ਆ ਤੇ ਫਿਰ ਕਿਉਂ ਐਵੇਂ ਪੂਛਾਂ ਨੂੰ ਗੰਢਾਂ ਦੇਈ ਫਿਰੀ ਵੀ ਮੈਂ ਫਲਾਣਾ ਸਿੰਘ ਮੈਂ ਜਿੱਤ ਗਿਆ, ਉਹ ਹਾਰ ਗਿਆ। ਜਿੱਤ ਹਾਰ ਜ਼ਿੰਦਗੀ ਦੀ ਖੇਡ ਹੈ, ਖੇਡੀ ਜੀਓ। ਇਹਨੂੰ ਵੈਰ ਨਾ ਬਣਾਓ, ਸਿਰ ਨਾ ਚੜਾ ਲਓ ਇਸ ਚੀਜ਼ ਨੂੰ। ਗੁਰੂ ਸਾਹਿਬ ਦੇ ਬਾਰੇ ਜਦੋਂ ਨੇ ਫੇਰ ਕਿਹਾ ਨਾ ਤੀਜੀ ਵਾਰੀ ਵੀ ਕੋਈ ਸਮਰੱਥ ਉੱਠੇ ਜੋ ਜਾ ਕੇ ਉਹਨਾਂ ਨੂੰ ਦਲੀਲਾਂ ਦੇ ਨਾਲ ਹਰਾ ਕੇ ਝੁਕਾ ਕੇ ਲੈ ਕੇ ਆਵੇ। ਚਰਪਟ ਕਰ ਉਰ ਤਮਕ ਕੋ, ਆਵਾ ਗੁਰ ਕੇ ਪਾਸ। ਇੰਨੇ ਨੂੰ ਇੱਕ ਸਿੱਧ ਉੱਠਿਆ ਦਾ ਨਾਂ ਸੀ ਚਰਪਟਨਾਥ। ਜਦੋਂ ਸਿੱਧ ਗੋਸ਼ਟ ਦੀ ਬਾਣੀ ਪੜੋਗੇ ਨਾ, ਇਹ ਨਾਮ ਆਉਣਗੇ ਉੱਥੇ, ਚਰਪਟ, ਆਉਦੂ। ਇਹ ਤੋਂ ਪਿੱਛੇ ਜਿਹੜੇ ਆਏ ਨੇ ਕਈ ਨਾਮ ਆਉਣਗੇ। ਚਰਪਟਨਾਥ ਉੱਠਿਆ ਗੁੱਸਾ ਖਾ ਕੇ, ਇਹਨੇ ਤੇ ਆਪਣੇ ਗੁਰੂ ਨੂੰ ਮੱਥਾ ਵੀ ਨਹੀਂ ਟੇਕਿਆ। ਕਾਲੀ ਕਾਲੀ ਚ ਕਹਿੰਦਾ ਆਦੇਸ਼, ਗਾਇਬ ਹੋ ਗਿਆ, ਆ ਗਿਆ ਮਰਦ ਕੋਲ, ਕਲਪ ਗਿਆ ਸੀ। ਕਿਉਂਕਿ ਗੁਰੂ ਇਸ ਤਰੀਕੇ ਨਾਲ ਭੇਜਦਾ ਮੋਟੀਵੇਟ ਕਰਕੇ ਵੀ ਉਹ ਦਿਮਾਗ 'ਚ ਉਹੀ ਸੋਚ ਸਕਦੇ, ਉਹੀ ਬੋਲਦੇ ਹੈ। ਸਿੱਧ ਕਰਾਮਾਤੀ ਨੇ। ਗੁਰੂ ਨਾਨਕ ਸਾਹਿਬ ਨੂੰ ਸਾਹਮਣੇ ਆ ਕੇ ਕਹਿੰਦਾ ਬਾਲਿਓ ਰੁਕੋ, ਖੜ ਜਾਓ। ਹੱਸ ਕੇ ਗੁਰੂ ਸਾਹਿਬ ਕਹਿੰਦੇ ਅਸੀਂ ਗਏ ਕਿੱਥੇ ਆ? ਸਤਿਨਾਮ, ਇੱਥੇ ਖੜੇ ਆ, ਤੁਹਾਡੀ ਉਡੀਕ ਕਰਦੇ ਆ। ਬੈਠਿਓ ਤਵੇ ਸਮੀਪ ਹੈਵ, ਕੀਨੇ ਬਚਨ ਪ੍ਰਕਾਸ਼। ਸਤਿਗੁਰਾਂ ਨੂੰ ਕਹਿੰਦਾ ਬੈਠੋ ਇੱਥੇ ਮੇਰੇ ਨਾਲ ਗੱਲ ਕਰੋ।
ਗੁਰੂ ਬਾਬਾ ਜੀ ਬੜੀ ਨਿਮਰਤਾ 'ਚ, ਜਿਵੇਂ ਕੋਈ ਅਣਜਾਣ ਵਿਅਕਤੀ ਹੁੰਦਾ, ਕਹਿੰਦੇ ਭਾਈ ਬਹਿ ਜਾਂਦੇ ਆ, ਬਹਿ ਜਾ ਪੁਰਸ਼ਾ। ਸਤਿਗੁਰ ਬਹਿ ਗਏ ਕੋਲੇ, ਕਹਿੰਦਾ ਮੇਰੀਆਂ ਗੱਲਾਂ ਦਾ ਜਵਾਬ ਦੇ ਦਿਓ, ਮੈਂ ਤੁਹਾਡੇ ਨਾਲ ਲੜਨ ਨਹੀਂ ਆਇਆ। ਜਦ ਤੁਸੀਂ ਹਾਰ ਜਾਓਗੇ ਜਾਂ ਮੈਂ ਹਾਰ ਜਾਊਂਗਾ। ਚਰਪਟ ਕਹਿੰਦਾ, ਭੂਤ ਬਾਤੇ ਭੱਜ ਗਿਆ ਨਾ, ਭੂਤ ਬਣ ਕੇ ਉਹਦੇ ਤਾਂ ਭੂਤ ਕੱਢਤੇ ਗੁਰੂ ਸਾਹਿਬ ਨੇ। ਚਰਪਟ ਆ ਕੇ ਸਤਿਗੁਰਾਂ ਨੂੰ ਕਹਿੰਦਾ ਹੈ ਵੀ ਮੇਰੀਆਂ ਗੱਲਾਂ ਬੜੀਆਂ ਗਹਿਰੀਆਂ ਨੇ, ਬੜੀਆਂ ਡੂੰਘੀਆਂ ਨੇ, ਸੋਚ ਸਮਝ ਕੇ ਜਵਾਬ ਦਿਓ। ਸਰਵਈਆ ਆਸਨ ਬੈਸਨ ਹੈ ਕੀ ਠਾਂ, ਤਬ ਭੋਜਨ ਕੋਨ ਅਚੋਜੋ ਆਧਾਰ। ਕਹਿੰਦਾ ਤੁਸੀਂ ਕਿਹੜੀ ਰੋਟੀ ਖਾਂਦੇ ਹੋ, ਕਿਹੜਾ ਭੋਜਨ ਛਕਦੇ ਹੋ ਜਿਹਦਾ ਤੁਸੀਂ ਆਸਰਾ ਲਈ ਫਿਰਦੇ ਹੋ? ਤੁਹਾਡਾ ਆਸਣ ਕਿਹੜਾ ਹੈ? ਆਸਣ ਮਤਲਬ ਜਿੱਥੇ ਸੌਂਦੇ ਹੋ, ਜਿੱਥੇ ਜਾਗਦੇ ਹੋ, ਜਿੱਥੇ ਬਹਿੰਦੇ ਹੋ। ਜ਼ਿੰਦਗੀ 'ਚ ਹਰ ਬੰਦੇ ਦਾ ਇੱਕ ਆਸਣ ਹੁੰਦਾ ਹੈ। ਜ਼ਿੰਦਗੀ ਵੀ ਇੱਕ ਆਸਣ ਹੈ। ਜਦ ਤੱਕ ਜੀ ਰਹੇ ਆ ਉਦੋਂ ਤੱਕ ਆਪਣਾ ਨਾਮ ਹੈ, ਜਦੋਂ ਮਰ ਜਾਵਾਂਗੇ ਆਸਣ ਖਤਮ ਹੈ। ਜਿਉਂਦੇ ਜੀ ਵੀ ਜਦੋਂ ਤੱਕ ਬੰਦਾ ਜਿਉਂਦਾ ਹੈ, ਇੱਕ ਕਮਰੇ ਤੇ ਕਬਜ਼ਾ ਹੁੰਦਾ ਹੈ, ਹੌਲੀ ਹੌਲੀ ਇੱਕ ਬੈੱਡ ਤੇ ਆ ਜਾਂਦਾ ਹੈ। ਜਦੋਂ ਮਰ ਜਾਂਦਾ, ਨਿਕਲ ਜਾਂਦਾ ਹੈ, ਸਾਲ ਕੀ ਰਹਿੰਦਾ, ਦਾਦੇ ਦਾ ਕਮਰਾ, ਪੜਦਾਦੇ ਦਾ ਕਮਰਾ, ਮੁੜ ਕੇ ਕਿਸੇ ਪੋਤੇ ਪੋਤੇ ਦਾ ਹੋ ਜਾਂਦਾ ਹੈ। ਪੁੱਛਦਾ ਕੋਈ? ਜਿਉਂਦੇ ਨਹੀਂ ਪੁੱਛਦਾ ਕੋਈ। ਜਿਉਂਦੇ ਜੀ ਵੀ ਜਦੋਂ ਬਜ਼ੁਰਗ ਬਹੁਤਾ ਹੋ ਜਾਏ ਨਾ, ਇੱਕ ਖੁੰਝੇ ਵਾਲਾ ਕਮਰਾ ਦੇ ਦਿੰਦੇ, ਕਹਿੰਦੇ ਬਾਈ ਇੱਥੇ ਖੰਗੀ ਜਾਇਆ ਕਰ, ਬਾਹਰ ਨਾ ਜਾ। ਇੰਨੀ ਕੁ ਔਕਾਤ ਹੈ ਮਨੁੱਖ ਦੇ ਸਰੀਰ ਦੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਹਾਡਾ ਆਸਣ ਕਿਹੜਾ ਹੈ? ਆਸਣ ਇੱਕੋ ਹੀ ਹੁੰਦਾ ਹੈ, ਆਪਣਾ ਕਮਰਾ, ਆਪਣਾ ਬੈੱਡ, ਜਿੱਥੇ ਬਹਿ ਕੇ ਬੰਦਾ ਬੰਦਗੀ ਵੀ ਕਰ ਲੈਂਦਾ, ਸੌਂ ਵੀ ਲੈਂਦਾ ਹੈ। ਤੇ ਤੁਸੀਂ ਜਿੱਥੇ ਮਰਜ਼ੀ ਘੁੰਮੇ ਆਓ, ਜਿਹੜੀ ਨੀਂਦ ਤੁਹਾਨੂੰ ਆਪਣੇ ਆਸਣ ਤੇ, ਆਪਣੇ ਬੈੱਡ ਤੇ ਆਉਣੀ, ਕਿਤੇ ਨਹੀਂ ਆਉਣੀ। ਪਰ ਇਹ ਵੀ ਸਦਾ ਆਪਣਾ ਨਹੀਂ ਹੈ। ਬਾਣੀ ਨੇ ਲਿਖਿਆ, ਜਿਤ ਆਸਣ ਹਮ ਬੈਸੇ ਕੀਤੇ ਬੈਸ ਗਿਆ। ਜਿਸ ਆਸਣ ਘਰ ਵਿੱਚ ਅਸੀਂ ਬੈਠੇ ਆ ਨਾ, ਪਤਾ ਨਹੀਂ ਇਹਦੇ ਵਿੱਚ ਕਿੰਨੇ ਬਹਿ ਕੇ ਤੁਰ ਗਏ, ਕਿੰਨੀਆਂ ਰਜਿਸਟਰੀਆਂ ਨਾਮ ਕਰਾਈਆਂ, ਕਿੰਨੇ ਆਪਣੇ ਨਾਮ ਲਿਖਾਏ। ਕੋਈ ਸਦਾ ਰਿਹਾ, ਕੋਈ ਵੇਚ ਕੇ ਤੁਰ ਗਿਆ, ਕੋਈ ਸਰੀਰ ਛੱਡ ਕੇ ਤੁਰ ਗਿਆ। ਜਿਸ ਘਰ 'ਚ ਆਪਾਂ ਵਸਦੇ ਆ, ਕਿੰਨੇ ਕੁ ਮਰੇ ਹੋਣੇ ਉਹ ਥਾਂ ਤੇ, ਤੇ ਕਿੰਨੇ ਕੁ ਜੰਮੇ ਹੋਣਗੇ, ਇੱਥੇ ਗਿਣਤੀ ਕੋਈ ਨਹੀਂ। ਕਹਿੰਦਾ ਤੁਹਾਡਾ ਆਸਣ ਕਿਹੜਾ ਹੈ? ਖਾਂਦੇ ਕੀ ਹੋ, ਕਿਹਦੇ ਆਸਰੇ ਵਸਦੇ ਹੋ? ਸੇਜ ਦਸਾਈ ਕਹਾਂ ਬਿਸਰਾਮ ਕੀ, ਕੌਣ ਦੁਕੂਲ ਸਰੀਰ ਪਿਆ ਧਾਰ। ਕਿਹੜਾ ਕੱਪੜਾ ਤੁਸੀਂ ਪਹਿਨਦੇ ਹੋ ਤੇ ਕਿਹੜੀ ਸੇਜਾ ਤੇ ਤੁਸੀਂ ਆਰਾਮ ਕਰਦੇ ਹੋ? ਇਹ ਸਵਾਲ ਉਹ ਕਰਦਾ ਹੈ ਆਪਣੇ ਵੱਲੋਂ ਬੜੇ ਗਹਿਰੇ, ਵੀ ਇਹ ਸਿਰਫ ਸਿੱਧ ਜਾਣ ਸਕਦੇ, ਇਹਨਾਂ ਨੂੰ ਕੀ ਪਤਾ ਹੈ। ਚਰਪਟਨਾਥ ਗੁਰੂ ਨਾਨਕ ਸਾਹਿਬ ਨੂੰ ਇਹ ਸਵਾਲ ਕਰਦਾ ਹੈ, ਜਵਾਬ ਦੇਣਗੇ ਮੇਰੇ ਪਾਤਸ਼ਾਹ ਅੱਗੇ, ਕਿਉਂਕਿ ਜਿਉਂ-ਜਿਉਂ ਕਥਾ ਅੱਗੇ ਸਿੱਧਾਂ ਦੀ ਵੱਧਦੀ ਜਾਣੀ, ਤਿਉਂ-ਤਿਉਂ ਰੌਚਕ ਹੁੰਦੀ ਜਾਏਗੀ, ਗਹਿਰੀ ਹੁੰਦੀ ਜਾਏਗੀ, ਆਨੰਦਮਈ ਹੁੰਦੀ ਜਾਏਗੀ। ਕਿਉਂਕਿ ਇਹਦੇ ਵਿੱਚ ਇਹ ਪਤਾ ਲੱਗਦਾ ਹੈ ਵੀ ਸਿੱਧਾਂ ਦੀਆਂ ਕਰਾਮਾਤਾਂ ਕਿੱਡੀਆਂ ਸੀ ਤੇ ਮੇਰਾ ਬਾਬਾ ਕਿੰਨਾ ਵੱਡਾ ਸੀ। ਗੁਰੂ ਨਾਨਕ ਪਾਤਸ਼ਾਹ ਕਿੰਨੀ ਹਲੀਮੀ ਨਾਲ ਚੱਲਦੇ, ਲੜੇ ਕਿਸੇ ਨਾਲ, ਬੋਲੇ ਕਿਸੇ ਨੂੰ ਮਾੜਾ ਨਹੀਂ, ਆਪਣੇ ਲੌਜਿਕ ਦੇ ਨਾਲ ਹੀ ਸਿੱਧਾਂ ਨੂੰ ਜ਼ੀਰੋ ਕਰ ਸੁੱਟ ਦਿੰਦੇ ਸੀ। ਹੱਥ ਜੋੜੀ ਕਰਦੇ ਆ, ਜਿਵੇਂ ਪਾਤਸ਼ਾਹ ਕਿਰਪਾ ਕਰਨਗੇ ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।